ਵਿਕਰਮ ਸਿੰਘ ਮਜੀਠੀਆ ਆਪਣੇ ਕਿਸੇ ਸਬੂਤ ਦੇ ਆਧਾਰ ਤੇ ਜਾਂ ਆਪਣੇ ਕੇਸ ਦੀ ਮਜ਼ਬੂਤੀ ਦੇ ਆਧਾਰ ਤੇ ਇਹੋ ਜਿਹੀਆਂ ਗੱਲਾਂ ਕਰ ਰਿਹਾ। ਸਿੱਧੂ ਦੇ ਲਾਗੇ ਹੀ ਇਹਨਾਂ ਦੀ ਬੈਰਕ ਸੀ, ਜ਼ਿਆਦਾ ਦੂਰ ਨਹੀਂ ਸੀ, ਗੁਆਂਢੀ ਸਨ। ਪਰ ਸਿੱਧੂ ਦੀ ਦਲੇਰ ਮਹਿੰਦੀ ਨਾਲ ਸਾਂਝੀ ਬੈਰਕ ਹੈ ਜਿਸ ਨੂੰ ਸਜ਼ਾ ਹੋਈ ਹੈ। ਉਹਨਾਂ ਦੀ ਭੈਣ ਜੀ ਕਹਿ ਰਹੇ ਸੀ, ਹਰਸਿਮਰਤ ਕੌਰ ਬਾਦਲ ਜੀ, ਕਿ ਦੇਖੋ ਬਹੁਤ ਦੁਖੀ ਹੈ, 8x8 ਦੇ ਕਮਰੇ ਦੇ ਵਿੱਚ ਏਡੇ ਵੱਡੇ ਬੰਦੇ ਨੂੰ ਰੱਖਿਆ ਹੋਇਆ ਹੈ ਤੇ ਉਸ ਨਾਲ ਆਹ ਜ਼ਿਆਦਤੀਆਂ ਹੋ ਰਹੀਆਂ ਨੇ, ਧੱਕਾ ਹੋ ਰਿਹਾ ਹੈ। ਹੁਣ ਹੋਰ ਤੇ ਕੋਈ ਉਹਨੇ ਡਿਟੇਲ ਨਹੀਂ ਦਿੱਤੀ, ਪਰ ਇੱਕ ਪਾਸੇ ਮਜੀਠੀਆ ਸਾਹਿਬ ਕਹਿ ਰਹੇ ਨੇ ਕਿ ਮੈਂ A1 ਸੀ। ਰਾਣਾ ਗੁਰਜੀਤ ਦਾ ਇੱਕ ਬਿਆਨ ਮੈਨੂੰ ਯਾਦ ਆਉਂਦਾ, ਜਦੋਂ ਨਵਜੋਤ ਸਿੰਘ ਸਿੱਧੂ ਬਾਰੇ ਉਹਨਾਂ ਨੇ ਕਿਹਾ ਸੀ, ਜਦੋਂ ਉਹਨਾਂ ਨੂੰ ਸਜ਼ਾ ਹੋਈ ਹੈ, ਕਿ ਸਿੱਧੂ ਸਾਹਿਬ ਤੁਸੀਂ ਬੋਲਦੇ ਬਹੁਤ ਹੋ ਤੇ ਜੇਲ੍ਹ ਵਿੱਚ ਬੈਠ ਕੇ ਤੁਹਾਨੂੰ ਆਤਮ ਚਿੰਤਨ ਕਰਨ ਦਾ ਮੌਕਾ ਮਿਲੇਗਾ, ਉੱਥੇ ਸਮਾਂ ਬਹੁਤ ਹੁੰਦਾ ਹੈ। ਇਮਾਨ ਸਿੰਘ ਮਾਨ ਦੇ ਮੁੱਦੇ ਤੇ ਮੈਂ ਗੱਲ ਕਰਾਂ ਤੇ ਉਹਨਾਂ ਦੇ ਪੋਲੀਟੀਕਲ ਕੈਰੀਅਰ ਨੂੰ ਜੇ ਹੁੰਗਾਰਾ ਜਾਂ ਹੁਲਾਰਾ ਦੇਣ ਦੀ ਕੋਸ਼ਿਸ਼ ਸਿਮਰਜੀਤ ਸਿੰਘ ਮਾਨ ਨੇ ਇਸ ਬਿਆਨ ਦੇ ਜ਼ਰੀਏ ਕੀਤੀ ਸੀ, ਉਸ ਤੋਂ ਬਾਅਦ ਇੱਕ ਗੱਲ ਜਿਹੜੀ ਇਮਾਨ ਸਿੰਘ ਮਾਨ ਹੋਰਾਂ ਨੇ ਕੀਤੀ ਆ, ਉਹਨਾਂ ਨੂੰ ਪੁੱਠੀ ਪਈ ਆ। ਉਹ ਜਿਵੇਂ ਸੁਖਬੀਰ ਸਿੰਘ ਬਾਦਲ ਦੇ ਬਾਰੇ ਮਸ਼ਹੂਰ ਹੈ ਕਿ ਉਹਨਾਂ ਦੀ ਜ਼ੁਬਾਨ ਫਿਸਲ ਜਾਂਦੀ ਹੈ ਬਹੁਤ ਸਾਰੀਆਂ ਜਗ੍ਹਾ ਤੇ ਕੁਝ ਦਾ ਕੁਝ ਬੋਲ ਜਾਂਦੇ ਨੇ। ਇਮਾਨ ਸਿੰਘ ਮਾਨ ਵੀ ਉਸੇ ਲਾਈਨ ਤੇ ਚੱਲਦੇ ਹੋਏ ਨਜ਼ਰ ਆਏ। ਤੇ ਜੋ ਸਿੱਖ ਕੌਮ ਵੱਲੋਂ ਹੁਣ ਤੱਕ ਦੱਸੀਆਂ ਗਈਆਂ ਗੱਲਾਂ ਨੇ ਕਿ ਜਦੋਂ ਇੰਨੇ ਛੋਟੇ ਸਾਈਜ਼ ਦੀ ਕਿਰਪਾਨ ਨੂੰ ਵੀ ਬੈਨ ਕਰੋਗੇ ਤੇ ਦੂਸਰੇ ਪਾਸੇ ਇਸ ਗੱਲ ਵੱਲ ਧਿਆਨ ਦਿਓ ਕਿ ਜੋ ਬਿਜ਼ਨਸ ਕਲਾਸ ਜਾਂ ਇਸ ਤੋਂ ਉੱਪਰ ਦੀਆਂ ਕਲਾਸਿਸ ਜਿਹੜੀਆਂ ਜਹਾਜ਼ਾਂ ਦੇ ਵਿੱਚ ਸਫ਼ਰ ਕਰਨ ਵਾਸਤੇ ਹੁੰਦੀਆਂ ਨੇ, ਉਹਨਾਂ ਵਿੱਚ ਧਿਆਨ ਦਿੱਤਾ ਜਾਵੇ ਤਾਂ ਉਹਨਾਂ ਵਿੱਚ ਖਾਣਾ ਖਾਣ ਵਾਸਤੇ ਸਟੀਲ ਦੇ ਕਾਂਟੇ ਛੁਰੀਆਂ ਜਿਹੜੇ ਨੇ ਦਿੱਤੇ ਜਾਂਦੇ ਨੇ, ਜਿਨ੍ਹਾਂ ਦੀ ਲੰਬਾਈ ਕਾਫੀ ਹੁੰਦੀ ਹੈ, ਤੇ ਫਿਰ ਤਾਂ ਉਹ ਵੀ ਖਤਰਨਾਕ ਨੇ। ਤੇ ਜੇ ਇਸ ਨੂੰ ਖਤਰਨਾਕ ਮੰਨਦੇ ਹੋ, ਜੇ ਹੁਣ ਇਸ ਤਰ੍ਹਾਂ ਦੀ ਪਟੀਸ਼ਨ ਕਰਤਾ ਦੀ ਗੱਲ ਸੁਣੀ ਜਾਂਦੀ ਹੈ, ਮੰਨੀ ਜਾਂਦੀ ਹੈ, ਤੇ ਫਿਰ ਜਨੇਊ ਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ। ਉਹਨਾਂ ਦਾ 2021-22 ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਜਿਹੜਾ ਕੇਸ ਉਹਨਾਂ ਤੇ ਦਰਜ ਦੱਸਿਆ ਜਾ ਰਿਹਾ ਹੈ ਕਿ 15 ਕੁ ਜਣਿਆਂ ਤੇ FIR ਹੈ, ਜਿਸ ਦੇ ਵਿੱਚ ਮਨੀਸ਼ ਸਿਸੋਦੀਆ ਦਾ ਨਾਮ ਹੈ। ਲੋਕਾਂ ਦੀਆਂ ਵੋਟਾਂ, ਲੋਕਾਂ ਦੀ ਮਰਜ਼ੀ ਦੀ ਸਰਕਾਰ ਤੇ ਕੇਜਰੀਵਾਲ ਸਰਕਾਰ ਹੀ ਹੈ ਨਾ, ਉਹ ਉਪ ਰਾਜਪਾਲ ਤੇ ਹੋ ਨਹੀਂ ਸਕਦਾ। ਹੁਣ ਇਹ ਜਿਹੜਾ ਵਿਅਕਤੀ ਹੈ, ਜੇ ਅਦਾਲਤ ਨੇ ਇੰਨੀ ਸਖਤ ਵਰਡਿੰਗ ਕਰਕੇ ਪੰਜਾਬ ਕੋਲੋਂ ਲੈ ਕੇ ਯੂਪੀ ਨੂੰ ਦਿੱਤਾ ਹੈ, ਫਿਰ ਪੰਜਾਬ ਨੂੰ ਆਪਣੇ ਗਰੇਵਾਨ 'ਚ ਝਾਤੀ ਤਾਂ ਮਾਰਨੀ ਚਾਹੀਦੀ ਹੈ। ਕੱਲ੍ਹ ਨੂੰ ਕੋਈ ਵੱਡਾ ਕ੍ਰਿਮੀਨਲ ਪੰਜਾਬ ਦਾ ਯੂਪੀ 'ਚ ਜਾ ਕੇ ਲੁਕ ਜਾਵੇ ਤੇ ਯੋਗੀ ਆਦਿੱਤਿਆਨਾਥ ਪੰਜਾਬ ਨੂੰ ਦੇ ਦੇਣਗੇ ਉਹ। ਤੇ ਜਿਹੜੇ ਉਹਨਾਂ ਨੇ ਮੌਕੇ ਦੇ ਹਾਕਮਾਂ ਨੂੰ ਧੌਣ ਦੇ ਵਿੱਚ ਰੱਸਾ ਪਾ ਕੇ ਜਿਹੜੇ ਮਹਿਲ ਦੇ ਵਿੱਚ ਉਹ ਰਾਜ ਕਰਦੇ ਸਨ, ਉਸੇ ਮਹਿਲ ਦੇ ਬਾਹਰ ਲਮਕਾ ਦਿੱਤਾ, ਲੋਕਾਂ ਨੂੰ ਦਿਖਾਉਣ ਖਾਤਰ ਕਿ ਆਹ ਹਾਲ ਹੋਵੇਗਾ। ਉਹ ਜਦੋਂ ਵੱਡਾ ਹਮਲਾ ਜਿਹੜਾ ਸੀ 9/11 ਦਾ USA ਤੇ ਹੋਇਆ, ਉਸ ਤੋਂ ਬਾਅਦ ਜੋ ਉਸ ਵੇਲੇ ਦੇ ਰਾਸ਼ਟਰਪਤੀ ਬੁਸ਼ ਸੀ, ਉਹਨਾਂ ਨੇ ਕਿਹਾ ਸੀ ਵੀ ਕੰਡੈਮ ਦਾ ਤਾਲਿਬਾਨ ਰਜੀਮ, ਅਸੀਂ ਤਾਲਿਬਾਨ ਰਾਜ ਨੂੰ ਅਸੀਂ ਉਹਦੀ ਨਿਖੇਧੀ ਕਰਦੇ ਹਾਂ। ਭਾਵ ਸਿੱਧੀ ਲੜਾਈ ਉਹਨਾਂ ਨੇ ਥੋਪੀ ਅਫਗਾਨਿਸਤਾਨ ਤੇ। ਇਹ ਜਿਹੜੇ ਹੁਣ ਥੋੜ੍ਹੇ ਬਹੁਤ ਬਚ ਗਏ ਲੋਕ ਨੇ, ਕੋਈ ਕਿਸੇ ਗੁਰਦੁਆਰੇ ਵਿੱਚ ਪਨਾਹ ਲੈ ਕੇ ਬੈਠੇ ਹੋਏ ਨੇ, ਕਿਸੇ ਮੰਦਿਰ ਵਿੱਚ ਬੈਠੇ ਹੋਏ ਨੇ, ਉਹ ਦਰਵਾਜ਼ੇ ਬੰਦ ਰੱਖਦੇ ਨੇ, ਬਹੁਤ ਘੱਟ ਨਿਕਲਦੇ ਨੇ। ਤਾਲਿਬਾਨ ਸਰਕਾਰ ਭਾਵੇਂ ਉਹਨਾਂ ਨੂੰ ਪ੍ਰੋਟੈਕਟ ਕਰ ਰਹੀ ਹੈ, ਪਰ ਕੱਟੜਪੰਥੀਆਂ ਤੋਂ ਉਹਨਾਂ ਦਾ ਬਚਾਅ ਬਹੁਤ ਔਖਾ ਹੈ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ TV ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਰ ਵਾਰ ਦੀ ਤਰ੍ਹਾਂ ਗੱਲ ਕਰਾਂਗੇ ਕੁਝ ਖਾਸ, ਅਹਿਮ ਤੇ ਭਖੇ ਹੋਏ ਮੁੱਦਿਆਂ ਤੇ ਪ੍ਰੋਗਰਾਮ 'ਚ ਮੇਰਾ ਸਾਥ ਦੇਣਗੇ ਸਾਡੇ ਐਕਸਪਰਟ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ। ਸਤਿ ਸ਼੍ਰੀ ਅਕਾਲ ਸਵਲੀਨ ਜੀ, ਸਾਰੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਕੁਲਦੀਪ ਜੀ, ਸਿਆਣੇ ਕਹਿੰਦੇ ਆ ਵੀ ਜਿਹੜਾ ਬੰਦਾ ਇੱਕੋ ਰੋੜੇ ਤੋਂ 2 ਵਾਰੀ ਠੇਡਾ ਖਾ ਲਵੇ ਉਹ ਬੰਦਾ ਨਹੀਂ ਹੁੰਦਾ, ਜਾਂ ਤੇ ਫਿਰ ਰੋੜਾ ਹਟਾਉਣਾ ਪੈਂਦਾ ਜਾਂ ਫਿਰ ਬੰਦੇ ਨੂੰ ਸਿਆਣਪ ਵਰਤਣੀ ਪੈਂਦੀ, ਬਚਣਾ ਪੈਂਦਾ। ਪਰ ਬਿਕਰਮ ਸਿੰਘ ਮਜੀਠੀਆ ਕੁਝ ਇਹੋ ਜਿਹੀ ਸਿਆਣਪ ਵਰਤ ਨਹੀਂ ਰਹੇ। 5.5 ਮਹੀਨੇ ਜੇਲ੍ਹ 'ਚ ਕੱਟੇ ਨੇ, ਫਿਰ ਆ ਕੇ ਪਹਿਲਾਂ ਵਾਲੀਆਂ ਗਲਤੀਆਂ ਕਰ ਰਹੇ ਨੇ, ਬਿਆਨ ਦੇ ਰਹੇ ਨੇ ਵੰਨ-ਸਵੰਨੇ, ਤੇ ਇਹਨਾਂ ਬਿਆਨਾਂ ਨੂੰ ਦੇਣਾ ਕਿੰਨਾ ਕੁ ਵਾਜਬ ਹੈ, ਕਿੰਨੀ ਕੁ ਸਿਆਣੀ ਗੱਲ ਕਰ ਰਹੇ ਨੇ, ਬਿਆਨ ਵੀ ਦਰਸ਼ਕਾਂ ਦੇ ਨਾਲ ਸਾਂਝੇ ਕਰ ਲਈਏ। ਦੇਖੋ, ਬਿਆਨ ਤੇ ਉਹਨਾਂ ਨੇ ਬਹੁਤ ਕਿਸਮਾਂ ਦੇ ਦਿੱਤੇ ਸਵਲੀਨ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ, ਔਰ ਪਹਿਲੇ ਦਿਨ ਤੋਂ ਦਿੱਤੇ ਨੇ। ਪਰ ਗੱਲ ਇਹ ਹੈ, ਜਿਸ ਤਰ੍ਹਾਂ ਦੀਆਂ ਖਬਰਾਂ ਸੁਣਦੇ ਸੀ, ਜਿਸ ਤਰ੍ਹਾਂ ਦੇ ਸਾਡੇ ਕੋਲ ਅੰਕੜੇ ਜਾਂ ਜਿਸ ਤਰ੍ਹਾਂ ਦੇ ਕੋਈ ਛੋਟੇ-ਮੋਟੇ ਕਿੱਸੇ ਆਉਂਦੇ ਸੀ, ਜੇ ਕਿ ਜੇਲ੍ਹ ਦੇ ਵਿੱਚ ਮਜੀਠੀਆ ਇਸ ਤਰ੍ਹਾਂ ਕਰ ਰਹੇ ਨੇ, ਇਸ ਤਰ੍ਹਾਂ ਕਰ ਰਹੇ ਨੇ, ਉਹਨਾਂ ਨਾਲ ਆਹ ਹੋ ਰਿਹਾ, ਉਹਨਾਂ ਦੀ ਬੈਰਕ ਬਦਲੀ ਜਾ ਰਹੀ ਹੈ, ਭਾਰ ਘਟ ਗਿਆ, ਪਰੇਸ਼ਾਨ ਨੇ ਤੇ ਖਿੱਝ ਕੇ ਪੈਂਦੇ ਨੇ, ਇਹੋ ਜਿਹੀਆਂ ਗੱਲਾਂ ਸੁਣਨ ਨੂੰ ਆਸੇ-ਪਾਸਿਓਂ ਮਿਲਦੀਆਂ ਸੀ। ਜੇਲ੍ਹ ਅਧਿਕਾਰੀਆਂ ਨੇ ਵੀ ਅਨੋਨਿਮਿਟੀ ਦੇ ਆਧਾਰ ਤੇ ਬਹੁਤ ਕੁਝ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ। ਉਹ 'ਚੋਂ ਜਿਹੜੀਆਂ ਗੱਲਾਂ ਨੇ ਉਹ ਚਲੋ ਵੱਖਰੀਆਂ ਨੇ, ਮੈਂ ਉਹ ਬਾਅਦ ਵਿੱਚ ਕਰਦਾ।
ਪਰ ਬਿਕਰਮ ਸਿੰਘ ਮਜੀਠੀਆ ਦੇ ਬਾਰੇ ਇਹ ਵੀ ਹੈ ਕਿ ਪੂਰੀ ਵਾਹ ਲਾਈ ਉਹਨਾਂ ਦੇ ਪਰਿਵਾਰ ਵੱਲੋਂ ਤੇ ਉਹਨਾਂ ਦੇ ਰਿਸ਼ਤੇਦਾਰ ਪਰਿਵਾਰ ਵੱਲੋਂ ਹਰਸਿਮਰਤ ਕੌਰ ਬਾਦਲ, ਸੁਖਬੀਰ ਬਾਦਲ, ਕਿ ਸਾਡੇ ਬੰਦੇ ਨੂੰ ਰਿਹਾ ਕਰੋ ਜਲਦ ਤੋਂ ਜਲਦ। ਔਰ ਬੜੀਆਂ ਹਾਸੋਹੀਣੀਆਂ ਦਲੀਲਾਂ ਕਈ ਵਾਰੀ ਅਦਾਲਤ ਵਿੱਚ ਦਿੱਤੀਆਂ ਗਈਆਂ ਕਿ ਉਹ 8x8 ਦਾ ਕਮਰਾ ਹੈ, 6.5 ਫੁੱਟ ਦਾ ਨੌਜਵਾਨ ਹੈ, ਉਹਨਾਂ ਦੇ ਬੱਚੇ ਯਾਦ ਕਰ ਰਹੇ ਨੇ, ਮਾਤਾ ਜੀ ਯਾਦ ਕਰ ਰਹੇ ਨੇ। ਚਲੋ ਤੇ ਇਹਨਾਂ ਇਹ ਵੀ ਗੱਲਾਂ ਕਿਹਾ ਨੂੰ ਗਿਆ ਸੀ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਹਾਂ, ਜੇਲ੍ਹ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਗੱਲ ਵੀ ਕੀਤੀ ਗਈ। ਜੇਲ੍ਹ ਵਿੱਚ ਜਾਣ ਨੂੰ ਖਤਰਾ ਵੀ ਦੱਸਿਆ ਗਿਆ। ਉਹ ਖਤਰੇ ਨੂੰ ਆਧਾਰ ਬਣਾ ਕੇ ਇਹ ਵੀ ਗੱਲ ਸਾਹਮਣੇ ਆਈ ਕਿ ਬਾਰ-ਬਾਰ ਫਿਰ ਬੈਰਕਾਂ ਬਦਲੀ ਕੀਤੀਆਂ ਗਈਆਂ ਤੇ ਜੇਲ੍ਹ ਸੁਪਰਡੈਂਟੈਂਟ ਜਿਹੜਾ ਸੀ ਉਹ ਬਾਹਰ ਕੁਰਸੀ ਢਾਹ ਕੇ ਬੈਠ ਗਿਆ ਜਾਂ ਕਿਸੇ ਅਧਿਕਾਰੀ ਨੂੰ ਬਿਠਾ ਦਿੱਤਾ ਗਿਆ। ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ। ਸੱਚਾਈ ਕੀ ਹੈ ਜੇਲ੍ਹ ਦੇ ਅੰਦਰ ਤੇ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆਉਣੀ ਆਫੀਸ਼ੀਅਲੀ ਤੇ ਹੁੰਦੀ ਨਹੀਂ। ਪਰ ਚਲੋ ਆਪਾਂ ਗੱਲ ਕਰਦੇ ਹਾਂ ਕਿ ਬਿਕਰਮ ਸਿੰਘ ਮਜੀਠੀਆ ਬਾਹਰ ਨਿਕਲੇ ਨੇ ਤੇ ਬਾਹਰ ਆ ਕੇ ਜਿਹੜੀ ਬਿਆਨਬਾਜ਼ੀ ਕਰ ਰਹੇ ਨੇ ਉਸ ਦਾ ਆਧਾਰ ਕੀ ਹੈ। ਸਭਨੀ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੇ ਸਿੱਖਿਆ ਨਹੀਂ ਜਾਂ ਸਿੱਖ ਨਹੀਂ ਰਹੇ ਤੇ ਫਿਰ ਉਹ ਉਸੇ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ। ਮੈਂ ਇਸ ਗੱਲ ਦਾ ਆਧਾਰ ਇਸ ਗੱਲ ਨੂੰ ਮੰਨਦਾ ਹਾਂ ਕਿ ਬਿਕਰਮ ਸਿੰਘ ਮਜੀਠੀਆ ਆਪਣੇ ਕਿਸੇ ਸਬੂਤ ਦੇ ਆਧਾਰ ਤੇ ਜਾਂ ਆਪਣੇ ਕੇਸ ਦੀ ਮਜ਼ਬੂਤੀ ਦੇ ਆਧਾਰ ਤੇ ਇਹੋ ਜਿਹੀਆਂ ਗੱਲਾਂ ਕਰ ਰਹੇ ਨੇ। ਬਿਕਰਮ ਸਿੰਘ ਮਜੀਠੀਆ ਦੇ ਬਾਰੇ ਤੁਸੀਂ ਇਹ ਨਾ ਭੁੱਲੋ ਕਿ ਜਦੋਂ ਅਰਵਿੰਦ ਕੇਜਰੀਵਾਲ ਨੂੰ ਇੱਕ ਵਾਰ ਮੁਆਫੀ ਮੰਗਣੀ ਪਈ ਸੀ ਤੇ ਪੰਜਾਬ ਦੇ ਇੱਕ ਵੱਡੇ ਅਖਬਾਰ ਸਮੂਹ ਨੇ ਵੀ ਮੁਆਫੀ ਮੰਗੀ ਸੀ ਬਿਕਰਮ ਸਿੰਘ ਮਜੀਠੀਆ ਵੱਲੋਂ। ਤੇ ਬਿਕਰਮ ਮਜੀਠੀਆ ਥੋੜੇ ਵੱਖਰੇ ਵੀ ਆ, ਇਸ ਗੱਲ ਨੂੰ ਵੀ ਸਾਨੂੰ ਮੰਨਣਾ ਪਏਗਾ। ਤੇ ਜਦੋਂ ਕੇਜਰੀਵਾਲ ਨੇ ਮੁਆਫੀ ਮੰਗੀ ਤੇ ਇਹ ਪਬਲਿਕਲੀ ਇਹਨਾਂ ਨੂੰ ਪੁੱਛਿਆ ਗਿਆ ਕਿ ਕੇਜਰੀਵਾਲ ਨੇ ਹੁਣ ਮੁਆਫੀ ਮੰਗ ਲਈ ਹੈ ਤੇ ਤੁਸੀਂ ਜਿਹੜਾ ਮਾਣਹਾਨੀ ਦਾ ਉਹਨਾਂ ਤੇ ਕੇਸ ਕੀਤਾ ਹੋਇਆ ਉਹਦਾ ਕੀ ਬਣੇਗਾ। ਉਹ ਕਹਿੰਦੇ ਅਸੀਂ ਪੰਜਾਬੀ ਬੜੇ ਵੱਡੇ ਹੁੰਦੇ ਆ ਤੇ ਆ ਚੱਕ ਤੂੰ ਮੇਰੇ ਤੋਂ ਮੁਆਫੀ ਮੰਗੀ ਤੇ ਮੈਂ ਤੈਨੂੰ ਮੁਆਫ ਕੀਤਾ। ਖੈਰ ਇਹ ਇਸ ਤਰ੍ਹਾਂ ਹੋਈ ਸੀ। ਹੁਣ ਜੇ ਅੱਜ ਉਹ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਨੇ, ਰਾਜਨੀਤੀ ਦੀਆਂ ਵੀ ਕਰ ਰਹੇ ਨੇ, ਸਾਬਕਾ ਮੁੱਖ ਮੰਤਰੀ ਨੂੰ ਵੰਗਾਰ ਰਹੇ ਨੇ ਕਿ ਉਹ ਕੈਨੇਡਾ ਜਾ ਕੇ ਅਮਰੀਕਾ ਜਾ ਕੇ ਲੁਕ ਗਏ ਨੇ, ਸਾਬਕਾ ਗ੍ਰਹਿ ਮੰਤਰੀ ਨੂੰ ਕਰ ਰਹੇ ਨੇ, ਕਿਸੇ ਹੋਰ ਅਧਿਕਾਰੀਆਂ ਤੇ ਉਹ ਗੱਲ ਕਰ ਰਹੇ ਨੇ ਕਿ ਮੈਨੂੰ ਬਹੁਤ ਦੁਖੀ ਕੀਤਾ ਇਹਨਾਂ ਨੇ, ਜਾਣਬੁੱਝ ਕੇ ਮੈਨੂੰ ਫਸਾਇਆ ਗਿਆ, ਕੇਸ ਵਿੱਚ ਅਜਿਹਾ ਕੁਝ ਨਹੀਂ ਸੀ ਤੇ ਜ਼ਾਹਿਰਾ ਤੌਰ ਤੇ ਉਹਨਾਂ ਕੋਲ ਕੁਝ ਹੋਵੇਗਾ। ਅਸੀਂ ਪਿਛਲੇ ਪ੍ਰੋਗਰਾਮ ਵਿੱਚ ਗੱਲ ਵੀ ਕੀਤੀ ਸੀ ਕਿ ਜੇ ਅਸੀਂ ਇਹ ਵੀ ਦੇਖ ਲਈਏ ਕਿ ਉਹਨਾਂ ਦੇ ਕੇਸ ਵਿੱਚ ਸੀਗਾ ਕੀ ਤੇ ਫੇਰ ਵੀ ਸਾਨੂੰ ਸਮਝ ਵਿੱਚ ਆਉਂਦਾ ਹੈ ਕਿ ਕੇਸ ਵਿੱਚ ਵਾਕਿਆ ਹੀ ਜੇ ਅਦਾਲਤਾਂ ਦੀ ਕਾਰਵਾਈ ਜਿਸ ਦੇ ਤਹਿਤ ਉਹਨਾਂ ਨੂੰ ਜਿਹੜੇ ਸੀ ਉਹ ਜ਼ਮਾਨਤ ਮਿਲੀ ਹੈ ਉਸ ਮੁਤਾਬਕ ਮਜੀਠੀਆ ਦਾ ਸਾਹ ਸੌਖਾ ਹੀ ਜਾਪਦਾ ਹੈ। ਦੇਖੋ ਭਾਵੇਂ ਜ਼ਮਾਨਤ ਉਹਨਾਂ ਨੂੰ 5 ਮਹੀਨੇ ਬਾਅਦ ਮਿਲੀ ਹੈ, ਗੱਲ 'ਚ ਕੋਈ ਸ਼ੱਕ ਨਹੀਂ, ਪਰ ਦੂਸਰੇ ਪਾਸੇ ਅਦਾਲਤਾਂ ਨੇ ਇੰਤਜ਼ਾਰ ਕੀਤਾ ਕਿ ਸਰਕਾਰ ਇਸ ਮਾਮਲੇ ਦੇ ਵਿੱਚ ਕੁਝ ਨਾ ਕੁਝ ਨਵੇਂ ਸਬੂਤ ਲਿਆਵੇ, ਕੁਝ ਠੋਸ ਸਬੂਤ ਪੁਖਤਾ ਲਿਆਵੇ, ਸਰਕਮਸਟੈਂਸ਼ੀਅਲ ਐਵੀਡੈਂਸ ਨਾ ਹੋਵੇ ਜਿਸ ਦੇ ਤਹਿਤ ਬਿਕਰਮ ਸਿੰਘ ਮਜੀਠੀਆ ਨੂੰ ਅਸੀਂ ਫੜ ਸਕੀਏ, ਉਸ ਤੇ ਕੇਸ ਚਲਾ ਸਕੀਏ। ਸਰਕਾਰ ਨਾ ਤਾਂ ਇਹ ਕੰਮ ਕਰ ਸਕੀ ਕਿ ਕੋਈ ਨਵੀਂ ਜਾਣਕਾਰੀ ਲਿਆ ਸਕੀ, ਨਾ ਪਿਛਲੀ ਸਰਕਾਰ ਨਾ ਮੌਜੂਦਾ ਸਰਕਾਰ, ਤੇ ਨਾ ਹੀ ਸਰਕਾਰ ਇਹ ਕੰਮ ਕਰ ਸਕੀ ਕਿ ਉਸ ਦਾ ਫਿਰ ਰਿਮਾਂਡ ਹੀ ਮੰਗ ਲਈਏ ਕਿ ਉਸ ਕੋਲੋਂ ਪੁੱਛਗਿੱਛ ਕਰਕੇ ਅਸੀਂ ਕੋਈ ਜਾਣਕਾਰੀ ਲੈਣੀ ਹੈ। ਨਾ ਸਰਕਾਰ ਇਹ ਸਾਬਤ ਕਰ ਸਕੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਜੇ ਜ਼ਮਾਨਤ ਤੇ ਰਿਹਾ ਕਰ ਦਿੱਤਾ ਜਾਂਦਾ ਹੈ ਤਾਂ ਬਾਹਰ ਜਾ ਕੇ ਉਹ ਸਬੂਤਾਂ ਨੂੰ ਮਿਟਾ ਸਕਦੇ ਨੇ ਜਾਂ ਫਿਰ ਦੁਬਾਰਾ ਤੇ ਇਹੋ ਜਿਹੀਆਂ ਕਾਰਵਾਈਆਂ ਸ਼ਾਮਲ ਹੋ ਸਕਦੇ ਨੇ। ਹੁਣ ਤਿੰਨੋਂ ਗੱਲਾਂ ਦੇ ਵਿੱਚ, ਤਿੰਨੋਂ ਕੰਮਾਂ ਦੇ ਵਿੱਚ ਸਰਕਾਰ, ਪੰਜਾਬ ਸਰਕਾਰ ਜਿਹੜੀ ਹੈ ਜਾਂ ਇਸ ਦੇ ਜਿਹੜੇ ਅਧਿਕਾਰੀ ਨੇ ਜਾਂ ਐਡਵੋਕੇਟ ਜਨਰਲ ਨੇ ਜਾਂ ਜਿਨ੍ਹਾਂ ਨੇ ਵੀ ਕੇਸ ਪੁੱਟ ਅਪ ਕਰਨਾ ਸੀ, ਉੱਥੇ ਗੱਲ ਨਹੀਂ ਬਣੀ ਉਹਨਾਂ ਦੀ। ਉਹਨਾਂ ਨੇ ਕਿਹਾ ਕਿ ਸਾਨੂੰ ਸਮਾਂ ਹੋਰ ਚਾਹੀਦਾ, ਇਸ ਨੂੰ ਅੰਦਰ ਰੱਖੋ, ਸਾਨੂੰ ਸਮਾਂ ਹੋਰ ਚਾਹੀਦਾ, ਅਸੀਂ ਸਬੂਤ ਇਕੱਠੇ ਕਰ ਰਹੇ ਹਾਂ, ਫਾਈਨੈਂਸ਼ੀਅਲ ਰਿਕਾਰਡ ਚੈੱਕ ਕੀਤੇ ਜਾ ਰਹੇ ਨੇ, ਆਹ ਕੀਤਾ ਜਾ ਰਿਹਾ। ਉਹ ਗੱਲਾਂ ਤਾਂ ਫਿਰ ਅਦਾਲਤ ਇੰਨਾ ਲੰਬਾ ਸਮਾਂ ਤੇ ਉਡੀਕਦੀ ਨਹੀਂ। ਇੱਕ ਕਿਸਮ ਦਾ ਅਦਾਲਤ ਨੇ ਜਿਸ ਤਰ੍ਹਾਂ ਦਾ ਉਹਨਾਂ ਦੇ ਬਾਰੇ ਵਰਡਿੰਗ ਵਰਤੀ ਹੈ ਉਹ ਵਾਕਿਆ ਮਜੀਠੀਏ ਦਾ ਇਹੋ ਜਿਹੀਆਂ ਗੱਲਾਂ ਕਰਨ ਦਾ ਆਧਾਰ ਬਣਦਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਹੁਣ ਬਿਕਰਮ ਸਿੰਘ ਮਜੀਠੀਆ ਨੇ ਜਿੰਨੀਆਂ ਕੁ ਗੱਲਾਂ ਕੀਤੀਆਂ ਨੇ, ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਉਹਨਾਂ ਨੂੰ ਜਿਵੇਂ ਉਹ ਆਪਣੇ ਘਰ ਨੂੰ ਗਏ ਨੇ, ਉਹਨਾਂ ਤੇ ਫੁੱਲਾਂ ਦੀ ਵਰਖਾ ਹੋਈ ਹੈ, ਗੁਰਦੁਆਰਾ ਸਾਹਿਬ ਗਏ ਨੇ, ਕਦੀ ਕਿਸੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਨੇ, ਚੰਡੀਗੜ੍ਹ ਨੂੰ ਯਾਤਰਾ ਕੀਤੀ ਹੈ, ਉਹਨਾਂ ਦੇ ਨਾਲ ਇਕੱਠ ਹੋਇਆ ਲੋਕਾਂ ਦਾ। ਗਨੀਵ ਕੌਰ ਮਜੀਠੀਆ ਜੋ ਆਮ ਤੌਰ ਤੇ ਚੁੱਪ ਹੀ ਰਹਿੰਦੇ ਨੇ, ਉਹ ਵੀ ਨਾਲ ਨਾਲ ਨਜ਼ਰ ਆ ਰਹੇ ਨੇ। ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦੇ ਮੌਕੇ ਤੇ ਉਹਨਾਂ ਨੇ ਮੱਥਾ ਟੇਕਿਆ ਤੇ ਸਭ ਤੋਂ ਵੱਧ ਜਿਵੇਂ ਉੱਥੇ ਜੋ ਸਿਆਸੀ ਸਟੇਜਾਂ ਲੱਗਦੀਆਂ ਨੇ ਜਾਂ ਉੱਥੋਂ ਸਿਆਸੀ ਲਾਹਾ ਖੱਟਣ ਦਾ ਕੋਸ਼ਿਸ਼ ਜਿਹੜੀ ਹੈ ਕੀਤੀ ਜਾਂਦੀ ਹੈ ਪਾਰਟੀਆਂ ਵਿੱਚ, ਜੇ ਮੈਂ ਇਹ ਕਹਿ ਦੇਵਾਂ ਕਿ ਸਾਰਿਆਂ ਤੋਂ ਵੱਧ ਅਟੈਂਸ਼ਨ ਜਿਹੜੀ ਸੀ ਬਿਕਰਮ ਸਿੰਘ ਮਜੀਠੀਆ ਲੈ ਗਏ ਨੇ ਉੱਥੋਂ, ਤੇ ਇਹ ਕੋਈ ਆਤਕਥਨੀ ਨਹੀਂ ਹੈ, ਇਹ ਵਾਕਿਆ ਇਸੇ ਤਰ੍ਹਾਂ ਹੋਇਆ। ਬਿਕਰਮ ਸਿੰਘ ਮਜੀਠੀਆ ਮੁੱਦੇ ਵੀ ਉਠਾ ਰਹੇ ਨੇ, ਅਕਾਲੀ ਦਲ ਦੇ ਵਿੱਚ ਮਾੜੀ ਜੀ ਜਾਨ ਵੀ ਆਈ ਹੈ। ਹਾਲਾਂਕਿ ਇਹ ਖਬਰਾਂ ਆ ਰਹੀਆਂ ਨੇ, ਇੱਕ ਅਣਅਧਿਕਾਰਤ ਹੈ, ਮੈਨੂੰ ਪਤਾ ਨਹੀਂ ਕਿ ਪੁਰਾਣੀ ਵੀਡੀਓ ਹੈ ਜਾਂ ਨਵੀਂ ਹੈ, ਅਨਅਫੀਸ਼ੀਅਲ ਹੈ, ਕਿ ਸੁਖਬੀਰ ਸਿੰਘ ਬਾਦਲ ਤੇ ਇੱਕ ਵੱਡੇ ਸ਼ਾਪਿੰਗ ਮਾਲ ਦੇ ਵਿੱਚ ਹੱਥ 'ਚ ਬੈਗ ਫੜੇ ਹੋਏ ਨੇ ਤੇ ਸ਼ਾਪਿੰਗ ਕਰਦੇ ਹੋਏ ਦੇਖੇ ਜਾ ਸਕਦੇ ਨੇ। ਤੇ ਦੂਸਰੇ ਪਾਸੇ ਅਕਾਲੀ ਦਲ ਵਿੱਚ ਉਹਨਾਂ ਦੀ ਲੀਡਰਸ਼ਿਪ ਨੂੰ ਚੁਣੌਤੀਆਂ ਜਿਹੜੀਆਂ ਨੇ, ਉਹਨਾਂ ਦਾ ਜਵਾਬ ਸਿਕੰਦਰ ਸਿੰਘ ਮਲੂਕਾ ਜਾਂ ਚਰਨਜੀਤ ਸਿੰਘ ਢਿੱਲੋਂ ਜਾਂ ਦਲਜੀਤ ਸਿੰਘ ਚੀਮਾ ਜਾਂ ਹੋਰ 2-3 ਆਗੂ ਨਹੀਂ ਦੇ ਸਕਦੇ, ਬਲਵਿੰਦਰ ਸਿੰਘ ਭੂਦੜ ਨਹੀਂ ਦੇ ਸਕਦੇ।
ਉਹ ਸੁਖਬੀਰ ਬਾਦਲ ਤੇ ਮਜੀਠੀਆ ਤੇ ਹਰਸਿਮਰਤ ਜਾਂ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੂੰ ਦੇਣਾ ਪੈਣਾ। ਪ੍ਰਕਾਸ਼ ਸਿੰਘ ਬਾਦਲ ਉਮਰ ਦਰਾਜ਼ ਨੇ, ਉਹ ਚੁੱਪ ਕਰਕੇ ਬੈਠੇ ਨੇ। ਚਲੋ ਠੀਕ ਹੈ, ਗੱਲ ਮਨ ਨੂੰ ਲੱਗਦੀ ਵੀ ਹੈ ਕਿ ਸਿਆਣੇ ਹੋ ਕੇ ਫਿਰ ਉਹਨਾਂ ਨੂੰ ਬੈਠਣਾ ਚਾਹੀਦਾ। ਹਾਲਾਂਕਿ ਇਲੈਕਸ਼ਨ ਉਹਨਾਂ ਨੇ ਭਾਵੇਂ ਇਲੈਕਸ਼ਨ ਦੇ ਦੌਰਾਨ ਅਜਿਹਾ ਨਹੀਂ ਸੋਚਿਆ, ਪਰ ਹੁਣ ਮਜੀਠੀਆ ਜਿਸ ਆਧਾਰ ਤੇ ਬਿਆਨਬਾਜ਼ੀ ਕਰ ਰਹੇ ਨੇ ਉਹ ਉਸ ਵਿੱਚ ਕੁਝ ਗੱਲਾਂ ਇੰਟਰਸਟਿੰਗ ਵੀ ਨੇ। ਉਹਨਾਂ ਨੇ ਰਾਜਨੀਤਿਕ ਤੌਰ ਤੇ ਚਰਨਜੀਤ ਸਿੰਘ ਚੰਨੀ ਤੇ ਕੀਤਾ ਹੈ ਕਿ ਦੇਖੋ ਮੇਰੇ ਤੇ ਕੇਸ ਕਰਨ ਵਾਲਿਆਂ ਦਾ ਮੈਨੂੰ ਪਤਾ ਹੈ, ਮੈਨੂੰ ਝੂਠੇ ਕੇਸ 'ਚ ਫਸਾਇਆ, ਵਾਹਿਗੁਰੂ ਜਾਣਦਾ ਹੈ, ਪ੍ਰਮਾਤਮਾ ਜਾਣਦਾ ਹੈ, ਸਭ ਪਤਾ ਹੈ, ਸਭ ਪਤਾ ਲੱਗ ਜਾਏਗਾ। ਹੁਣ ਜੇਲ੍ਹ ਦੀਆਂ ਗੱਲਾਂ ਕੁਛ ਇੰਟਰਸਟਿੰਗ ਜਿਹੜੀਆਂ ਨੇ, ਜਦੋਂ ਸਿੱਧੂ ਦਾ ਨਾਂ ਆਉਂਦਾ ਤਾਂ ਫਿਰ ਉਹ ਅਫੀਸ਼ੀਅਲ ਤੋਂ ਅਨਅਫੀਸ਼ੀਅਲ ਜਿਹਾ ਹੋ ਜਾਂਦੇ ਨੇ, ਫਾਰਮੈਲਿਟੀ ਛੱਡ ਦਿੰਦੇ ਨੇ। ਕਿ ਇਹ ਵੀ ਦੱਸਿਆ ਗਿਆ ਕਿ ਸਿੱਧੂ ਦੇ ਲਾਗੇ ਹੀ ਇਹਨਾਂ ਦੀ ਬੈਰਕ ਸੀ, ਜ਼ਿਆਦਾ ਦੂਰ ਨਹੀਂ ਸੀ, ਗੁਆਂਢੀ ਸਨ। ਪਰ ਸਿੱਧੂ ਦੀ ਦਲੇਰ ਮਹਿੰਦੀ ਨਾਲ ਸਾਂਝੀ ਬੈਰਕ ਹੈ, ਜਿਸ ਨੂੰ ਸਜ਼ਾ ਹੋਈ ਹੈ ਕਬੂਤਰਬਾਜੀ ਦੇ ਕੇਸ ਵਿੱਚ। ਨਾਲ ਦੀ ਨਾਲ ਮਜੀਠੀਆ ਇਹ ਵੀ ਕਹਿੰਦੇ ਨੇ ਕਿ ਸਿੱਧੂ ਨੂੰ ਮਿਲ ਰਹੀ ਹੈ ਸਪੈਸ਼ਲ ਖੁਰਾਕ ਭਾਈ, ਸਪੈਸ਼ਲ ਡਾਈਟ। ਪਰ ਇਹ ਇੱਕ ਸਪੈਸ਼ਲ ਡਾਈਟ ਉਹਨਾਂ ਨੂੰ ਪਤਾ ਹੈ ਕਿ ਉਹ ਮੈਡੀਕਲ ਬੋਰਡ ਨੇ ਰਿਕਮੈਂਡ ਕੀਤੀ ਹੋਈ ਹੈ, ਉਹਨਾਂ ਨੇ ਲੈ ਲਈ ਹੈ, ਜਾਂ ਉਹਨਾਂ ਦੀ ਸਿਹਤ ਇਸੇ ਤਰ੍ਹਾਂ ਦੀ ਸੀ, ਜੋ ਵੀ ਹੈ। ਘਰ ਦੇ ਖਾਣੇ ਵਰਗਾ ਉਹਨਾਂ ਨੂੰ ਖਾਣਾ ਮਿਲਦਾ ਹੈ, ਜਿਸ ਵਿੱਚ ਫਲ ਫਰੂਟ ਸਬਜ਼ੀਆਂ ਵਗੈਰਾ ਜ਼ਿਆਦਾ ਹੁੰਦੇ ਨੇ, ਹਾਈ ਫਾਈਬਰ ਤੇ ਲੋ ਫੈਟ ਜਿਹੜੀ ਹੈ ਮੈਡੀਕਲ ਬੋਰਡ ਦੀ ਰਿਕਮੈਂਡੇਸ਼ਨ ਤੇ ਉਹਨਾਂ ਨੂੰ ਡਾਈਟ ਮਿਲਦੀ ਹੈ। ਤੇ ਨਾਲ ਕਿਹਾ ਕਿ ਦੇਖੋ ਮੈਂ ਤੇ ਭੁੰਜੇ ਸੌਂਦਾ ਸੀ, ਮੇਰੀ ਜੇਲ੍ਹ ਯਾਤਰਾ A1 ਸੀ, ਮੈਂ ਭੁੰਜੇ ਸੌਂਦਾ ਸੀ ਤੇ ਜੇਲ੍ਹ ਯਾਤਰਾ A1 ਸੀ। ਵਿਰੋਧਾਭਾਸੀ ਵੀ ਹੈ, ਉਹਨਾਂ ਦੀ ਭੈਣ ਜੀ ਕਹਿ ਰਹੇ ਸੀ, ਹਰਸਿਮਰਤ ਕੌਰ ਬਾਦਲ ਜੀ, ਕਿ ਦੇਖੋ ਬਹੁਤ ਦੁਖੀ ਹੈ, 8x8 ਦੇ ਕਮਰੇ ਦੇ ਵਿੱਚ ਏਡੇ ਵੱਡੇ ਬੰਦੇ ਨੂੰ ਰੱਖਿਆ ਹੋਇਆ ਹੈ ਤੇ ਉਸ ਨਾਲ ਆਹ ਜ਼ਿਆਦਤੀਆਂ ਹੋ ਰਹੀਆਂ ਨੇ, ਧੱਕਾ ਹੋ ਰਿਹਾ ਹੈ। ਹੁਣ ਹੋਰ ਤੇ ਕੋਈ ਉਹਨੇ ਡਿਟੇਲ ਨਹੀਂ ਦਿੱਤੀ, ਪਰ ਇੱਕ ਪਾਸੇ ਮਜੀਠੀਆ ਸਾਹਿਬ ਕਹਿ ਰਹੇ ਨੇ ਕਿ ਮੈਂ A1 ਸੀ। ਚਲੋ ਕੌਣ ਠੀਕ ਹੈ ਕੌਣ ਗਲਤ ਹੈ ਉਹਨਾਂ ਨੂੰ ਪਤਾ ਹੋਊਗਾ, ਜਾਂ ਉਹਨਾਂ ਨੇ ਮਜ਼ਾਕੀਆ ਤੌਰ ਤੇ ਗੱਲ ਕੀਤੀ ਹੈ। ਹੁਣ ਨਾਲ ਗੱਲ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤੇ ਜੇਲ੍ਹ ਇੱਕ ਵਾਰੀ ਜ਼ਰੂਰ ਜਾਓ। ਹੁਣ ਜੇਲ੍ਹ ਜਾਣ ਦਾ ਕਿਹੜਾ ਤਰੀਕਾ ਹੈ ਕਿ ਉਹ ਸ਼ੋਲੇ ਫਿਲਮ ਵਾਲਾ ਸੀਨ ਮੈਨੂੰ ਯਾਦ ਜਿਹੜਾ ਆਉਂਦਾ ਹੈ ਕਿ ਜਦੋਂ ਕਹਿੰਦਾ ਵੀ ਉਹ ਕਹਿੰਦਾ ਵੀ ਜਾਓ ਇੱਥੋਂ, ਤੁਹਾਡੇ ਤੇ ਮਗਰ ਪੁਲਿਸ ਪਈ ਹੈ, ਤੇ ਉਹ ਕਹਿੰਦੇ ਜੀ ਅਸੀਂ ਤੇ ਜੇਲ੍ਹ ਜਾਣਾ ਚਾਹੁੰਦੇ ਹਾਂ, ਸਾਡੇ ਤੇ 1000 ਰੁਪਇਆ ਨਾਮ ਆ, 500 ਤੂੰ ਰੱਖ ਲਈ, 500 ਅਸੀਂ ਰੱਖ ਲਵਾਂਗੇ, ਅਸੀਂ ਤਾਂ ਛੁੱਟ ਕੇ ਆ ਹੀ ਜਾਣਾ। ਸੋ ਇਹ ਇਸ ਤਰ੍ਹਾਂ ਦਾ ਸਰਕੈਸਟਿਕਲੀ ਉਹਨਾਂ ਨੇ ਗੱਲ ਕੀਤੀ ਹੈ, ਜਾਂ ਵਾਕਿਆ ਹੀ ਕੋਈ ਠੋਸ ਆਧਾਰ ਹੈ। ਰਾਣਾ ਗੁਰਜੀਤ ਦਾ ਇੱਕ ਬਿਆਨ ਮੈਨੂੰ ਯਾਦ ਆਉਂਦਾ, ਜਦੋਂ ਨਵਜੋਤ ਸਿੰਘ ਸਿੱਧੂ ਬਾਰੇ ਉਹਨਾਂ ਨੇ ਕਿਹਾ ਸੀ, ਜਦੋਂ ਉਹਨਾਂ ਨੂੰ ਸਜ਼ਾ ਹੋਈ ਹੈ, ਕਿ ਸਿੱਧੂ ਸਾਹਿਬ ਤੁਸੀਂ ਬੋਲਦੇ ਬਹੁਤ ਹੋ ਤੇ ਜੇਲ੍ਹ ਵਿੱਚ ਬੈਠ ਕੇ ਤੁਹਾਨੂੰ ਆਤਮ ਚਿੰਤਨ ਕਰਨ ਦਾ ਮੌਕਾ ਮਿਲੇਗਾ, ਉੱਥੇ ਸਮਾਂ ਬਹੁਤ ਹੁੰਦਾ ਹੈ, ਪੜ੍ਹੋ ਤੇ ਸੋਚੋ ਕਿ ਤੁਸੀਂ ਕਿੱਥੇ ਕਿੱਥੇ ਕੀ ਕੀ ਗਲਤ ਕਰਦੇ ਰਹੇ ਹੋ। ਪਰ ਬਿਕਰਮ ਸਿੰਘ ਮਜੀਠੀਆ ਜਿਹੜੀ ਕਿਤਾਬ ਪੜ੍ਹ ਕੇ ਆਏ ਨੇ, ਉਹ ਵਾਕਿਆ ਹੀ ਇੱਕ ਅਕਾਲੀ ਦਲ ਵਾਸਤੇ ਖੁਸ਼ਖਬਰੀ ਬਣ ਕੇ ਆਈ ਆ। ਇੱਕ ਪਾਸੇ ਤੇ ਬਾਗੀ ਆਗੂ ਜਿਹੜੇ ਨੇ ਉਹ ਇਕੱਠੇ ਹੋਣ ਸ਼ੁਰੂ ਹੋ ਗਏ, ਤੇ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਆ ਗਏ ਨੇ। ਹੁਣ ਇਹ ਨਹੀਂ ਪਤਾ ਸੁਖਬੀਰ ਸਿੰਘ ਬਾਦਲ ਦਾ ਬਾਹਰ ਜਾਣਾ, ਜਾਂ ਉਹ ਗਏ ਵੀ ਨੇ ਕਿ ਨਹੀਂ, ਜਾਂ ਪੁਰਾਣੀ ਵੀਡੀਓ ਆ। ਇਹ ਸਾਰੀਆਂ ਗੱਲਾਂ ਬਿਕਰਮ ਸਿੰਘ ਮਜੀਠੀਏ ਦੇ ਉਭਾਰ ਨੂੰ ਪੇਸ਼ ਕਰ ਰਹੀਆਂ। ਮੈਂ ਇਹਨੂੰ ਇਸੇ ਤਰ੍ਹਾਂ ਹੀ ਵੇਖਦਾ। ਜਿਹੜੀ ਉਹਨਾਂ ਨੇ ਗੱਲ ਕਹੀ ਕਿ ਜੇਲ੍ਹ ਜਾਓ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ, ਇਹ ਤਾਂ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕਿਸ ਆਧਾਰ ਤੇ ਗੱਲ ਕਹੀ ਹੈ, ਜਾਂ ਉਹਨਾਂ ਨੂੰ ਡਾਈਟ ਇੰਨੀ ਸੋਹਣੀ ਮਿਲਦੀ ਸੀ। ਕਹਿੰਦੇ ਮੈਂ ਆਮ ਹੀ ਰੋਟੀ ਖਾਂਦਾ ਸੀ, ਭੁੰਜੇ ਸੌਂਦਾ ਸੀ, ਕਈਆਂ ਨੂੰ ਗੱਦੇ ਮਿਲੇ ਹੋਏ ਸੀ, ਤੇ ਨਾਲ ਉਹਨਾਂ ਨੇ ਕਿਹਾ ਕਿ ਕਈਆਂ ਨੂੰ ਚਾਹ ਦੇ ਨਾਲ ਨਾਲ ਕਾਜੂ ਤੇ ਬਿਸਕਟ ਵੀ ਮਿਲਦੇ ਨੇ, ਹੋਰ ਕਿਹੋ ਜਿਹੀ ਸ਼ੈਆਂ ਖਾਣ ਨੂੰ ਮਿਲਦੀਆਂ ਨੇ, ਤੇ ਮੈਂ ਤੇ ਆਮ ਜੀ ਖੁਰਾਕ ਖਾਂਦਾ ਸੀ। ਪਰ ਜਿਹੜੀ ਉਹਨਾਂ ਨੇ ਬਿਮਾਰੀ ਦੀ ਛੁਟਕਾਰੇ ਦੀ ਗੱਲ ਕੀਤੀ ਹੈ, ਮੈਂ ਇਹਦਾ ਤਾਂ ਨਹੀਂ ਪਤਾ, ਪਰ ਮੈਂ ਇਹ ਜ਼ਰੂਰ ਕਹਿ ਸਕਦਾ ਕਿ ਹਾਂ ਕੁਛ ਇਸ ਤਰ੍ਹਾਂ ਕੁਝ ਅਨਸਰ ਜਿਹੜੇ ਨੇ ਜੋ ਵਾਕਿਆ ਹੀ ਸਜ਼ਾ ਦੇ ਹੱਕਦਾਰ ਨੇ, ਉਹਨਾਂ ਦੇ ਜੇਲ੍ਹ ਜਾਣ ਨਾਲ ਸਮਾਜ ਨੂੰ ਬਿਮਾਰੀਆਂ ਤੋਂ ਜ਼ਰੂਰ ਛੁਟਕਾਰਾ ਮਿਲ ਜਾਂਦਾ। ਜੀ ਸੋ ਇਹ ਗੱਲ ਹੈ, ਬਿਕਰਮ ਸਿੰਘ ਮਜੀਠੀਆ ਬਾਹਰ ਆ ਕੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ, ਉਸ ਗੱਲ ਦਾ ਆਧਾਰ ਉਹਨਾਂ ਕੋਲ ਸਬੂਤ ਹੈ। ਜੀ ਬਿਕਰਮ ਸਿੰਘ ਮਜੀਠੀਆ 5.5 ਮਹੀਨੇ ਜੇਲ੍ਹ ਚਲਾ ਕੇ ਨੇ ਹੁਣ ਬਾਹਰ ਨਿਕਲੇ ਨੇ। ਹੁਣ ਉਹ ਖਿਲਰੇ ਹੋਏ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਖੰਭ ਨੇ, ਉਹਨਾਂ ਨੂੰ ਇਕੱਠੇ ਕਰ ਪਾਉਂਦੇ ਨੇ ਕਿ ਨਹੀਂ, ਇਹ ਸਾਨੂੰ ਸਮਾਂ ਦੱਸੂਗਾ। ਪਰ ਇਸ ਵੇਲੇ ਵੇਲਾ ਜਿਹੜਾ ਛੋਟੀ ਜਿਹੀ ਬ੍ਰੇਕ ਦਾ ਹੋ ਚੁੱਕਾ ਹੈ, ਬਹੁਤ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਬਿਕਰਮ ਸਿੰਘ ਮਜੀਠੀਆ ਦੀ ਅਸੀਂ ਗੱਲ ਕਰ ਰਹੀ ਹੈ, ਤੇ ਸੰਗਰੂਰ ਤੋਂ MP ਸਿਮਰਨਜੀਤ ਸਿੰਘ ਮਾਨ ਦੀ ਹੁਣ ਗੱਲ ਕਰਦੇ ਹਾਂ। ਜਦੋਂ ਇਹ ਜਿੱਤੇ ਨੇ ਤੇ ਬਹੁਤ ਸਾਰੇ ਵਿਵਾਦਾਂ ਨੂੰ ਇਹਨਾਂ ਨੇ ਜੱਫੇ ਵੀ ਪਾਏ ਨੇ, ਤੇ ਕਈ ਮੁੱਦੇ ਵੀ ਇਹਨਾਂ ਨੇ ਚੁੱਕੇ ਨੇ। ਅੱਜ ਫਿਰ ਇਹਨਾਂ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਕੀ ਕਹਿੰਦੇ ਨੇ ਜੀ? ਹੁਣ ਸਿਮਰਨਜੀਤ ਸਿੰਘ ਮਾਨ, ਜਿਵੇਂ ਅਸੀਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਗੱਲ ਕਰ ਰਹੇ ਸੀ ਨੇ, ਕਿ ਕੁਝ ਲੋਕਾਂ ਦੀਆਂ ਸਿੱਧੀਆਂ ਪੈ ਰਹੀਆਂ ਨੇ ਪਿਛਲੇ ਕੁਝ ਸਮੇਂ ਤੋਂ। ਉਹਨਾਂ ਵਿੱਚੋਂ ਔਖਾ ਸਮਾਂ ਵੀ ਕਈਆਂ ਨੇ ਵੇਖਿਆ, ਕਿ ਜੇਲ੍ਹ ਯਾਤਰਾ ਕਈਆਂ ਨੂੰ ਕਰਨੀ ਪਈ, ਇਸ ਵੇਲੇ ਵੀ ਬਹੁਤ ਸਾਰੇ ਫਸੇ ਹੋਏ ਨੇ ਜੀ। ਸਿਮਰਨਜੀਤ ਸਿੰਘ ਮਾਨ, ਜਿਨ੍ਹਾਂ ਦਾ ਸਿਆਸੀ ਕੈਰੀਅਰ ਲਗਭਗ ਖਤਮ ਜਾਪ ਰਿਹਾ ਸੀ, ਉਸ ਵਿੱਚ ਨਵਾਂ ਉਛਾਲ, ਨਵਾਂ ਉਭਾਰ ਆਇਆ ਹੈ। ਨਾ ਸਿਰਫ ਸਿਮਰਨਜੀਤ ਸਿੰਘ ਮਾਨ,
ਉਹਨਾਂ ਦੇ ਬੇਟੇ ਇਮਾਨ ਸਿੰਘ ਮਾਨ ਦਾ ਨਾਮ ਵੀ ਬਰਾਬਰ ਆ ਗਿਆ, ਜੀ। ਚਾਹੇ ਉਹ ਗਲਤ ਕਾਰਨਾਂ ਕਰਕੇ ਹੋਵੇ। ਇਮਾਨ ਸਿੰਘ ਮਾਨ ਨੇ ਇੱਕੋ ਹੀ ਬਿਆਨ ਦਿੱਤਾ ਸੀ ਕਿ ਸਿੱਖ ਅਜਾਇਬ ਘਰ ਦੇ ਵਿੱਚੋਂ ਜਿਹੜੀ ਸੀ ਉਹ ਭਗਤ ਸਿੰਘ ਦੀ ਫੋਟੋ ਹਟਾ ਦਿੱਤੀ ਜਾਵੇ, ਕਿਉਂਕਿ ਉਹ ਨਾਸਤਿਕ ਸਨ, ਉਹ ਰੱਬ ਦੇ ਵਿੱਚ ਵਿਸ਼ਵਾਸ ਉਹਨਾਂ ਦਾ ਨਹੀਂ ਸੀ। ਹੁਣ ਗੱਲ ਇਹ ਹੈ, ਇਮਾਨ ਸਿੰਘ ਮਾਨ ਦੇ ਮੁੱਦੇ ਤੇ ਮੈਂ ਗੱਲ ਕਰਾਂ ਤੇ ਉਹਨਾਂ ਦੇ ਪੋਲੀਟੀਕਲ ਕੈਰੀਅਰ ਨੂੰ ਜੇ ਹੁੰਗਾਰਾ ਜਾਂ ਹੁਲਾਰਾ ਦੇਣ ਦੀ ਕੋਸ਼ਿਸ਼ ਸਿਮਰਜੀਤ ਸਿੰਘ ਮਾਨ ਨੇ ਇਸ ਬਿਆਨ ਦੇ ਜ਼ਰੀਏ ਕੀਤੀ ਸੀ, ਉਸ ਤੋਂ ਬਾਅਦ ਇੱਕ ਗੱਲ ਜਿਹੜੀ ਇਮਾਨ ਸਿੰਘ ਮਾਨ ਹੋਰਾਂ ਨੇ ਕੀਤੀ ਆ, ਉਹਨਾਂ ਨੂੰ ਪੁੱਠੀ ਪਈ ਆ। ਉਹ ਜਿਵੇਂ ਸੁਖਬੀਰ ਸਿੰਘ ਬਾਦਲ ਦੇ ਬਾਰੇ ਮਸ਼ਹੂਰ ਹੈ ਕਿ ਉਹਨਾਂ ਦੀ ਜ਼ੁਬਾਨ ਫਿਸਲ ਜਾਂਦੀ ਹੈ ਬਹੁਤ ਸਾਰੀਆਂ ਜਗ੍ਹਾ ਤੇ, ਕੁਝ ਦਾ ਕੁਝ ਬੋਲ ਜਾਂਦੇ ਨੇ। ਇਮਾਨ ਸਿੰਘ ਮਾਨ ਵੀ ਉਸੇ ਲਾਈਨ ਤੇ ਚੱਲਦੇ ਹੋਏ ਨਜ਼ਰ ਆਏ, ਜਿਸ ਦੇ ਤਹਿਤ ਇੱਕ ਜਗ੍ਹਾ ਤੇ ਉਹ ਪੰਜਾਬੀ ਦੀ ਗੱਲ ਕਰ ਰਹੇ ਨੇ, ਉਹ ਪੰਜਾਬ, ਜਦ ਕਿ ਜਿਹੜੇ ਪੈਂਫਲੇਟ ਉਹ ਪ੍ਰੈਸ ਕਾਨਫਰੰਸ ਵਿੱਚ ਵੰਡ ਰਹੇ ਨੇ, ਪਰਚੇ ਦਿਖਾ ਰਹੇ ਨੇ, ਪੱਤਰ, ਉਹ ਸਾਰੇ ਅੰਗਰੇਜ਼ੀ ਵਿੱਚ ਲਿਖੇ ਹੋਏ ਨੇ। ਜ਼ਮੀਨ ਵਾਲਾ ਰੌਲਾ ਪੈ ਗਿਆ ਕਿ ਜ਼ਮੀਨ ਉਹਨਾਂ ਦੇ ਹੇਠ ਕਬਜ਼ੇ ਦੇ ਵਿੱਚ ਹੈ। ਨਾਲ ਦੀ ਨਾਲ ਉਹਨਾਂ ਦੇ ਇੱਕ ਜਗ੍ਹਾ ਤੇ ਜੋ ਫਰਮਾਨ ਦਿੱਤੇ ਗੁਰੂ ਸਾਹਿਬ ਦੇ ਬਾਰੇ, ਉਹ ਗਲਤ ਦੇ ਦਿੱਤੇ। ਗੁਰੂ ਅੰਗਦ ਦੇਵ ਜੀ ਨੂੰ ਪਹਿਲੇ ਸ਼ਹੀਦ ਕਰਾਰ ਦਿੱਤਾ ਉਹਨਾਂ ਨੇ। ਭਾਵੇਂ ਜ਼ਬਾਨ ਸਲਿੱਪ ਹੋਈ ਹੋਵੇ, ਪਰ ਜ਼ਾਹਰਾ ਤੌਰ ਤੇ ਇੱਕ ਦਿਮਾਗ ਦੀ ਕੈਫੀਅਤ ਨੂੰ ਜਿਹੜਾ ਜ਼ਰੂਰ ਬਿਆਨ ਕਰਦੇ ਨੇ। ਹੁਣ ਸਿਮਰਨਜੀਤ ਸਿੰਘ ਮਾਨ ਤੇ ਆਈਏ, ਇਹ ਜਿਹੜੀ ਉਹਨਾਂ ਨੇ ਹੁਣ ਗੱਲ ਕੀਤੀ ਹੈ ਨਾ, ਇਹ ਮੁੱਦਾ ਤੇ ਵੈਸੇ ਕਈ ਦਿਨਾਂ ਦਾ ਛਿੜਿਆ ਹੋਇਆ ਦਿਨਾਂ ਦਾ, ਕਿ ਜੇ 2002 ਤੱਕ ਚਲੇ ਜਾਈਏ ਤਾਂ ਭਾਰਤ ਦੀ ਅਦਾਲਤ ਨੇ ਸਰਕਾਰੀ ਹੁਕਮਾਂ ਦੇ ਮੁਤਾਬਕ ਇਹ ਇਜਾਜ਼ਤ ਦਿੱਤੀ ਹੋਈ ਹੈ ਕਿ ਸਿੱਖਾਂ ਨੂੰ ਟੋਟਲ 9 ਇੰਚ ਸਣੇ ਹੈਂਡਲ ਤੇ ਨਾਲ 6 ਇੰਚ ਦਾ ਬਲੇਡ ਜਿਹੜਾ ਹੈ, ਇਸ ਤੋਂ ਬਲੇਡ 6 ਇੰਚ ਤੋਂ ਵੱਡਾ ਨਹੀਂ ਹੋਣਾ ਚਾਹੀਦਾ। ਤੇ ਉਹ ਜਿਹੜੀ ਅੰਮ੍ਰਿਤਧਾਰੀ ਸਿੰਘਾਂ ਨੂੰ ਕਿਰਪਾਨ ਸਜਾ ਕੇ, ਕਿਰਪਾਨ ਧਾਰਨ ਕਰਕੇ ਡੋਮੈਸਟਿਕ ਫਲਾਈਟਾਂ ਦੇ ਵਿੱਚ ਜਿਹੜੀ ਉਡਾਨ ਇੰਡੀਆ ਤੋਂ ਇੰਡੀਆ ਦੇ ਵਿੱਚ ਹੀ ਉੱਡਦੀ ਹੋਵੇ, ਬਾਹਰ ਨਾ ਜਾਂਦੀ ਹੋਵੇ ਜਾਂ ਬਾਹਰੋਂ ਆਈ ਨਾ ਹੋਵੇ ਤੇ ਉਸ ਤੋਂ ਅਗਲੀ ਕਨੈਕਸ਼ਨ ਫਲਾਈਟ ਵੀ ਭਾਵੇਂ ਹੋਵੇ, ਉਸ ਵਿੱਚ ਤੁਸੀਂ ਇਹ ਜਿਹੜੀ ਆ ਪਾ ਸਕਦੇ ਹੋ, ਡੋਮੈਸਟਿਕ ਫਲਾਈਟ ਦੇ ਵਿੱਚ ਧਾਰਨ ਕਰਕੇ ਸਫ਼ਰ ਕਰ ਸਕਦੇ ਹੋ। ਹੁਣ ਉਸ ਦੇ ਬਾਰੇ ਇੱਕ ਸੰਸਥਾ ਹੈ, ਕੋਈ ਇੰਨੀ ਪ੍ਰੋਮੀਨੈਂਟ ਵੀ ਨਹੀਂ ਹੈ, ਕੋਈ ਉਸ ਸੰਸਥਾ ਨੂੰ ਬੈਕਅਪ ਵੀ ਨਹੀਂ ਹੈ ਕਿ ਉਸ ਨੂੰ ਕਿਸੇ ਨੇ RSS ਨੇ ਜਾਂ ਸ਼ਿਵ ਸੈਨਾ ਨੇ ਜਾਂ ਵਿਸ਼ਵ ਹਿੰਦੂ ਪ੍ਰੀਸ਼ਦ ਨੇ, ਜਾਂ ਮੈਂ ਉਸੇ ਪੁਆਇੰਟ ਆਫ ਵਿਊ ਨਾਲ ਗੱਲ ਕਰ ਰਿਹਾ, ਮੈਂ ਉਹ ਟੋਨ ਨਹੀਂ ਹੈ ਮੇਰੀ ਕਿ ਸਿਮਰਜੀਤ ਸਿੰਘ ਮਾਨ ਜਿਸ ਟੋਨ ਦੇ ਵਿੱਚ ਗੱਲ ਕਰ ਰਿਹਾ, ਮੈਂ ਉਧਰ ਵੀ ਆਉਣਾ। ਹੁਣ ਉਹ ਜਿਹੜਾ ਇੱਕ ਸੰਸਥਾ ਹੈ, ਉਸ ਦਾ ਨਾਮ ਇਸੇ ਤਰ੍ਹਾਂ ਦਾ ਹੀ ਹੈ ਕੁਝ, ਉਸਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਕਿ ਇਹ ਜਿਹੜਾ ਸਰਕਾਰੀ ਫੈਸਲਾ ਹੈ, ਅਸੀਂ ਇਸ ਨੂੰ ਚੈਲੰਜ ਕਰਦੇ, ਆ ਕਾਰਨ ਨੇ, ਇਸ ਨਾਲ ਸੁਰੱਖਿਆ ਨੂੰ ਖਤਰਾ ਹੈ, ਐਵੀਏਸ਼ਨ ਰੂਲ ਆ ਕਹਿੰਦਾ ਹੈ, ਇਹ ਸੁਰੱਖਿਆ ਹੈ, ਫਲਾਨਾ ਹੈ, ਜੇ ਉਹਦੇ ਵਿੱਚ ਆਹ ਚੀਜ਼ ਦੀ ਇਜਾਜ਼ਤ ਹੈ ਫਿਰ ਆਹ ਕੀ ਹੁੰਦਾ। ਉਹ ਸਾਰੀਆਂ ਗੱਲਾਂ ਨੂੰ ਧਿਆਨ ਗੋਚਰੇ ਰੱਖਦੇ ਜਿਹੜਾ ਫਿਰ ਹੁਣ ਕੋਰਟ ਨੇ ਕਹਿ ਦਿੱਤਾ ਸੀ ਕਿ ਭਾਈ ਇੱਥੇ ਸਾਡਾ ਕੰਮ ਨਹੀਂ ਹੈ, ਤੁਸੀਂ ਕਿਸੇ ਹੋਰ ਕੋਰਟ ਵਿੱਚ ਜਾ ਸਕਦੇ ਹੋ, ਥੱਲੇ ਲੋਅਰ। ਉਹ ਹਾਈ ਕੋਰਟ ਦੇ ਵਿੱਚ ਪਹੁੰਚ ਗਏ ਨੇ, ਉੱਥੇ ਬੜੀਆਂ ਗੱਲਾਂ ਕੀਤੀਆਂ ਨੇ ਉਹਨਾਂ ਦੇ ਵਕੀਲ ਨੇ ਕਿ ਦੇਖੋ ਜਿਹੜੇ ਨੇ ਫਿਰ ਫਲਾਨੀ ਚੀਜ਼ ਵੀ ਜਿਹੜਾ ਅਲਾਊਡ ਚਾਹੀਦੀ ਹੈ, ਕੈਂਚੀ ਵੀ ਅਲਾਊਡ ਚਾਹੀਦੀ, ਉਹ ਵੀ ਇੰਨੀ ਕੁ ਲੰਬੀ ਹੁੰਦੀ ਹੈ, ਪੈਨ ਜਿਹੜੇ ਹੁੰਦੇ ਨੇ ਜਿਹੜੇ ਜਾਂ ਕੋਈ ਹੋਰ ਕੋਈ ਵੀ ਇਸ ਤਰ੍ਹਾਂ ਦੀ ਵਸਤੂ ਜਿਹੜੀ ਹੈ, ਕੋਈ ਕਾਂਟਾ ਛੁਰੀ ਹੈ ਜਿਹੜੀ, ਉਹ ਵੀ ਫਿਰ ਅਲਾਊਡ ਚਾਹੀਦੀ ਹੈ। ਤੇ ਹੁਣ ਇਸ ਮੁੱਦੇ ਤੇ ਕੋਰਟ ਨੇ ਜਿਹੜਾ ਹੈ ਕੋਈ ਬਹੁਤਾ ਘਾਹ ਨਹੀਂ ਪਾਇਆ ਪਟੀਸ਼ਨ ਕਰਤਾ ਨੂੰ, ਪਰ ਨਾਲ ਦੀ ਨਾਲ ਜੋ ਸਿੱਖ ਕੌਮ ਵੱਲੋਂ ਹੁਣ ਤੱਕ ਦੱਸੀਆਂ ਗਈਆਂ ਗੱਲਾਂ ਨੇ ਕਿ ਜਦੋਂ ਇੰਨੇ ਛੋਟੇ ਸਾਈਜ਼ ਦੀ ਕਿਰਪਾਨ ਨੂੰ ਵੀ ਬੈਨ ਕਰੋਗੇ ਤੇ ਦੂਸਰੇ ਪਾਸੇ ਇਸ ਗੱਲ ਵੱਲ ਧਿਆਨ ਦਿਓ ਕਿ ਜੋ ਬਿਜ਼ਨਸ ਕਲਾਸ ਜਾਂ ਇਸ ਤੋਂ ਉੱਪਰ ਦੀਆਂ ਕਲਾਸਿਸ ਜਿਹੜੀਆਂ ਜਹਾਜ਼ਾਂ ਦੇ ਵਿੱਚ ਸਫ਼ਰ ਕਰਨ ਵਾਸਤੇ ਹੁੰਦੀਆਂ ਨੇ, ਉਹਨਾਂ ਵਿੱਚ ਧਿਆਨ ਦਿੱਤਾ ਜਾਵੇ ਤਾਂ ਉਹਨਾਂ ਵਿੱਚ ਖਾਣਾ ਖਾਣ ਵਾਸਤੇ ਸਟੀਲ ਦੇ ਕਾਂਟੇ ਛੁਰੀਆਂ ਜਿਹੜੇ ਨੇ ਦਿੱਤੇ ਜਾਂਦੇ ਨੇ, ਜਿਨ੍ਹਾਂ ਦੀ ਲੰਬਾਈ ਕਾਫੀ ਹੁੰਦੀ ਹੈ, ਤੇ ਫਿਰ ਤਾਂ ਉਹ ਵੀ ਖਤਰਨਾਕ ਨੇ। ਤੇ ਜੇ ਇਸ ਨੂੰ ਖਤਰਨਾਕ ਮੰਨਦੇ ਹੋ, ਹੁਣ ਕੈਨੇਡਾ ਦੇ ਵਿੱਚ ਵੀ ਇਜਾਜ਼ਤ ਕਈ ਜਗ੍ਹਾ ਤੇ ਮਿਲੀ ਹੋਈ ਆ, ਹੋਰ ਮੁਲਕਾਂ ਦੇ ਵਿੱਚ ਮਾੜੀ ਮੋਟੀ ਕਿਤੇ ਇਜਾਜ਼ਤ ਹੈ, ਪਰ ਇੰਟਰਨੈਸ਼ਨਲ ਟਰੈਵਲ ਦੇ ਵਿੱਚ ਪੂਰਨ ਤੌਰ ਤੇ ਪਾਬੰਦੀ ਹੈ। ਇਸ ਤਰ੍ਹਾਂ ਦਾ ਕੋਈ ਵੀ ਆਬਜੈਕਟ ਤੁਸੀਂ ਆਪਣੇ ਕੋਲ ਨਹੀਂ ਰੱਖ ਸਕਦੇ। ਇਸ ਨੂੰ ਆਬਜੈਕਟ ਕਿਹਾ ਜਾਂਦਾ ਹੈ। ਅਸੀਂ ਆਪਣੀ ਜੋ ਸਾਡੀ ਧਾਰਮਿਕ ਭਾਵਨਾ ਹੈ, ਸ਼ਰਧਾ ਹੈ, ਉਹ ਇੱਕ ਜਗ੍ਹਾ, ਪਰ ਇਸ ਨੂੰ ਆਬਜੈਕਟ ਹੀ ਮੰਨਿਆ ਜਾਂਦਾ। ਹੁਣ ਅਸੀਂ ਅੱਗੇ ਚੱਲਦੇ ਹਾਂ ਕਿ ਸਿਮਰਨਜੀਤ ਸਿੰਘ ਮਾਨ ਨੂੰ ਕਿਹੜਾ ਐਂਗਲ ਦੇ ਰਹੇ ਨੇ। ਉਹ ਕਹਿ ਰਹੇ ਨੇ ਕਿ ਦੇਖੋ, ਇਹ ਪਟੀਸ਼ਨ ਕਰਤਾ ਨੇ ਪਟੀਸ਼ਨ ਪਾਈ ਹੈ, ਮੈਂ ਇਸ ਦੀ ਵਿਰੋਧਤਾ ਕਰਦਾ ਹਾਂ, ਸਾਡੇ ਨਾਲ ਧੱਕਾ ਹੋਇਆ ਹੈ, ਮੈਂ ਫਲਾਣੇ ਸੰਨ ਦੇ ਵਿੱਚ ਇਲੈਕਸ਼ਨ ਬਹੁਤ ਜਿੱਤੀ ਸੀ, ਲੋਕਾਂ ਨੇ ਫਤਵਾ ਦਿੱਤਾ ਸੀ ਤੇ ਮੈਨੂੰ ਕਿਰਪਾਨ ਦੇ ਵਿੱਚ ਮੇਰੇ ਹੱਕ ਤੋਂ ਵਾਂਝਿਆ ਰੱਖਿਆ ਗਿਆ। ਜੇ ਹੁਣ ਇਸ ਤਰ੍ਹਾਂ ਦੀ ਪਟੀਸ਼ਨ ਕਰਤਾ ਦੀ ਗੱਲ ਸੁਣੀ ਜਾਂਦੀ ਹੈ, ਮੰਨੀ ਜਾਂਦੀ ਹੈ, ਤੇ ਫਿਰ ਜਨੇਊ ਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ। ਉਹ ਲੰਬੇ ਇਤਿਹਾਸ ਵੱਲ ਵੀ ਇਸ਼ਾਰਾ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ, ਫਿਰ ਜਨੇਊ ਪਾਉਣ ਦਾ ਕੰਮ ਬੰਦ ਕਰ ਦਿੱਤਾ ਗਿਆ ਸੀ, ਪਰ 9ਵੇਂ ਪਾਤਸ਼ਾਹ ਨੇ ਜਨੇਊ ਦੀ ਰਾਖੀ ਵਾਸਤੇ ਜਿਹੜੀ ਸੀ ਉਹ ਕੁਰਬਾਨੀ ਦਿੱਤੀ ਹੈ।
ਤੇ ਅਸੀਂ ਜਨੇਊ ਨੂੰ ਵੀ ਉਹਨਾਂ ਨੇ ਵਿੱਚ ਲੈ ਜਾਂਦਾ ਤੇ ਹੋਰ ਧਾਰਮਿਕ ਚਿੰਨ੍ਹਾਂ ਨੂੰ। ਉਹ ਬੇਸਿਕਲੀ ਉਹਨਾਂ ਨੇ ਆਪਣਾ ਜਿਹੜੀ ਗੱਲ ਕੀਤੀ ਆ, ਉਹ ਇੱਕ ਵੀਡੀਓ ਨੂੰ ਜਿਹੜਾ ਗੌਰ ਨਾਲ ਸੁਣਦੇ ਆ ਨਾ, ਤੇ ਉਹ ਇੱਕ ਜਗ੍ਹਾ ਐਬਰਪਟਲੀ ਰੁਕਦੀ ਹੈ। ਜਿਵੇਂ ਇਸ ਤਰ੍ਹਾਂ ਜਾਪਦਾ ਹੈ ਕਿ ਉਹਦੇ ਵਿੱਚ ਕੁਝ ਹੋਰ ਵੀ ਬੋਲਿਆ ਗਿਆ ਹੋਵੇਗਾ, ਤੇ ਉਹ ਜੋ ਸਾਨੂੰ ਪੇਸ਼ ਨਹੀਂ ਕੀਤਾ ਗਿਆ। ਉਹਨਾਂ ਦੀ ਐਡੀਟਿੰਗ ਟੀਮ ਹੈ ਕੋਈ, ਜਾਂ ਉਹਨਾਂ ਦੇ ਕੋਈ ਆਪਣਾ ਸਲਾਹਕਾਰ ਹੈ, ਜਾਂ ਕਿਸ ਵੱਲੋਂ, ਜਾਂ ਮੇਰਾ ਵਹਿਮ ਹੈ, ਇਹ ਵੀ ਨਹੀਂ ਪਤਾ। ਪਰ ਸਿਮਰਨਜੀਤ ਸਿੰਘ ਮਾਨ ਨੇ ਇੱਕ ਵੱਖਰਾ ਧਾਰਮਿਕ ਐਂਗਲ ਇਸ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਸਿਮਰਨਜੀਤ ਸਿੰਘ ਮਾਨ ਕੀ ਇਸ ਮਾਮਲੇ ਵਿੱਚ ਝੂਠੇ ਨੇ, ਜਾਂ ਜੋ ਉਹਨਾਂ ਨੇ ਪਟੀਸ਼ਨ ਕਰਤਾ ਤੇ ਇਲਜ਼ਾਮ ਲਾਏ ਨੇ ਉਹ ਸਹੀ ਨੇ, ਤੇ ਉਹਨਾਂ ਨੂੰ ਅਸੀਂ ਸਹੀ ਮੰਨ ਕੇ ਚੱਲੀਏ। ਜੇ ਤੇ ਅਸੀਂ ਪਟੀਸ਼ਨ ਕਰਤਾ ਦੀ ਬੈਕਗਰਾਉਂਡ ਦੇਖੀਏ ਤੇ ਉਹਨਾਂ ਦਾ ਨਾਮ ਵਗੈਰਾ ਦੇਖੀਏ, ਤੇ ਉਹ ਇਸੇ ਤਰ੍ਹਾਂ ਹੀ ਹੈ ਕਿ ਜਿਸ ਤਰ੍ਹਾਂ ਦੀ ਇੱਕ ਸੰਸਥਾ ਦਾ ਨਾਮ ਉਹਨਾਂ ਨੇ ਪੇਸ਼ ਕੀਤਾ ਗਿਆ ਕਿ ਆਹ ਸੰਸਥਾ ਚਾਹੁੰਦੀ ਹੈ ਕਿ ਕਿਰਪਾਨ ਤੇ ਬੈਨ ਲੱਗ ਜਾਵੇ, ਫਿਰ ਤੇ ਸਿਮਰਨਜੀਤ ਸਿੰਘ ਮਾਨ ਦਾ ਐਂਗਲ ਬਿਲਕੁਲ ਸਹੀ ਜਾਪਦਾ। ਜੇ ਜਿਵੇਂ ਕਹਿੰਦੇ ਨੇ ਕਿ ਤੁਸੀਂ ਇੱਟ ਦਾ ਜਵਾਬ ਪੱਥਰ ਦੇ ਨਾਲ ਜਿਹੜਾ ਉਸ ਤਰੀਕੇ ਨਾਲ ਵੇਖਿਆ ਜਾਵੇ, ਤੇ ਫਿਰ ਉਹ ਠੀਕ ਹੈ। ਦੂਸਰੇ ਪਾਸੇ ਉਹਨਾਂ ਨੇ ਨਾਲ ਆਪਣੀ ਗੱਲ, ਜਿਹਦਾ ਅਜੇ ਤੱਕ ਉਹਨਾਂ ਨੇ ਜਵਾਬ ਵੀ ਨਹੀਂ ਦਿੱਤਾ, ਤੇ ਇਹ ਵੀ ਮਸ਼ਹੂਰ ਹੈ ਕਿ ਇੱਕ ਵਾਰ ਇੱਕ ਪੱਤਰਕਾਰ ਜੋ ਉਹਨਾਂ ਦੇ ਨਾਲ ਗੱਡੀ ਦੇ ਵਿੱਚ ਬੈਠਾ ਹੋਇਆ ਸੀ, ਤੇ ਉਹ ਸਵਾਲ ਪੁੱਛਦਾ ਜਾ ਰਿਹਾ ਸੀ, ਇੰਟਰਵਿਊ ਚੱਲ ਰਹੀ ਸੀ, ਤੇ ਉਸਨੇ ਪੁੱਛ ਲਿਆ ਕਿ ਤੁਸੀਂ ਕਿਰਪਾਨ ਲੈ ਕੇ ਪਾਰਲੀਮੈਂਟ ਵਿੱਚ ਜਾ ਰਹੇ ਸੀ, ਤੇ ਤੁਸੀਂ ਅਜਿਹਾ ਕਿਉਂ ਕੀਤਾ ਜਦ ਕਿ ਤੁਹਾਨੂੰ ਜਾ ਕੇ ਲੋਕਾਂ ਦੇ ਹੱਕਾਂ ਦੀ ਗੱਲ ਕਰ ਰਹੇ ਸੀ, ਜਿਵੇਂ ਕਿ ਹੁਣ ਕਰ ਰਹੇ ਨੇ ਉਹ। ਤੇ ਉਹਨਾਂ ਨੇ ਆਪਣੇ ਡਰਾਈਵਰ ਨੂੰ ਕਿਹਾ ਗੱਡੀ ਰੋਕ ਬਈ, ਤੇ ਉਸ ਪੱਤਰਕਾਰ ਨੂੰ ਭੁੰਜੇ ਉਤਾਰ ਦਿੱਤਾ, ਸੜਕ ਤੇ ਖੜਾ ਕਰ ਦਿੱਤਾ। ਉਹ ਕਿਵੇਂ ਆਇਆ ਹੋਵੇਗਾ ਇਸ ਗੱਲ ਦਾ ਨਹੀਂ ਪਤਾ, ਪਰ ਅਜਿਹਾ ਹੋ ਜਾਂਦਾ ਹੈ। ਇਹ ਸਿਮਰਨਜੀਤ ਸਿੰਘ ਮਾਨ ਇੰਨੇ ਸਖਤ ਸੁਭਾਅ ਦੇ ਸਨ ਕਿ ਇਸ ਗੱਲ ਦਾ ਜ਼ਿਕਰ ਕਰਨ ਤੋਂ ਵੀ ਉਹਨਾਂ ਨੇ ਕਦੀ ਜਿਹੜਾ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ, ਤੇ ਜੋ ਉਹਨਾਂ ਨੂੰ ਪੁੱਛਦਾ ਸੀ ਉਸ ਨੂੰ ਪੁੱਠਾ ਜਵਾਬ ਮਿਲਦਾ ਸੀ। ਹੁਣ ਸਿਮਰਨਜੀਤ ਸਿੰਘ ਮਾਨ ਨੇ ਆਪ ਗੱਲ ਛੇੜੀ ਹੈ। ਮੈਨੂੰ ਇਸ ਤਰ੍ਹਾਂ ਜਾਪਿਆ ਕਿ ਉਹਨਾਂ ਨੇ ਮੌਕਾ ਲੱਭਿਆ ਕਿ ਉਹ ਇੱਕ ਤੇ ਇਹ ਗੱਲ ਕੀਤੀ ਜਾਵੇ ਕਿ ਉਹ ਜਿਹੜੀ ਸਿੱਖਾਂ ਦੀ ਜਹਾਜ਼ ਵਿੱਚ ਸਫ਼ਰ ਕਰਨ ਦਾ ਮੁੱਦਾ ਹੈ ਉਹ ਲੈ ਲਓ। ਦੂਸਰਾ, ਉਹਨਾਂ ਨੇ ਜਿਹੜਾ ਆਪਣਾ ਇਤਿਹਾਸ ਜਿਹੜਾ ਚਾਂਦਨੀ ਚੌਕ ਵਾਲਾ ਜਿਹੜਾ ਸੀ ਉਹ ਸੁਣਾ ਦਿੱਤਾ, ਤੇ ਨਾਲ ਦੀ ਨਾਲ ਉਹਨਾਂ ਨੇ ਆਪਣਾ ਇਤਿਹਾਸ ਜਦੋਂ ਪਹਿਲੀ ਵਾਰੀ ਲੋਕ ਸਭਾ ਜਿੱਤੇ ਸੀ ਉਸ ਨੂੰ ਵੀ ਜਸਟੀਫਾਈ ਕਰਨ ਦੀ ਟਰਾਈ ਕੀਤੀ ਇਸ ਵੀਡੀਓ ਦੇ ਵਿੱਚ, ਕਿ ਭਾਈ ਮੈਂ ਐਸ ਕਰਕੇ ਲੈ ਕੇ ਜਾ ਰਿਹਾ ਸੀ ਤੇ ਆਹ ਮੇਰਾ ਜਵਾਬ ਹੈ। ਖੈਰ, ਮੈਂ ਪਰਸਨਲੀ ਤੌਰ ਤੇ ਮੈਂ ਸੈਟਿਸਫਾਈਡ ਨਹੀਂ ਉਹਨਾਂ ਦੇ ਜਵਾਬ ਨਾਲ। ਕੁਝ ਲੋਕ ਹੋਣਗੇ ਅਸਹਿਮਤ ਵੀ ਹੋਣਗੇ ਮੇਰੀ ਗੱਲ ਨਾਲ, ਪਰ ਸਿਮਰਨਜੀਤ ਸਿੰਘ ਮਾਨ ਨੇ ਇਸ ਨੂੰ ਇੱਕ ਨਵਾਂ ਐਂਗਲ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਲ ਬਹੁਤ ਜ਼ਿਆਦਾ ਫਰਕ ਨਹੀਂ ਪੈਣਾ। ਜੋ ਇਲੈਕਸ਼ਨ ਜਿੱਤਣ ਦੇ ਵੇਲੇ ਉਹਨਾਂ ਦਾ ਇੱਕ ਆਧਾਰ ਬਣ ਗਿਆ ਸੀ, ਉਸ ਤੋਂ ਖਿਸਕੇ ਨੇ। ਉਹ ਕਿੱਧਰ ਨੂੰ ਖਿਸਕੇ ਨੇ ਇਹ ਸਮਾਂ ਦੱਸੇਗਾ, ਪਰ 2024 ਦੇ ਵਿੱਚ ਫਿਰ ਇਲੈਕਸ਼ਨਾਂ ਹੋਣਗੀਆਂ ਲੋਕ ਸਭਾ ਦੀਆਂ। ਫਿਰ ਲੋਕਾਂ ਦਾ ਜਿਹੜਾ ਰਿਜ਼ਲਟ ਹੈ ਸਾਹਮਣੇ ਆਵੇਗਾ। ਪਰ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਗੱਲ ਨੂੰ ਉਸ ਕਿਰਪਾਨ ਪਾਰਲੀਮੈਂਟ ਦੇ ਵਿੱਚ ਲੰਬੀ ਕਿਰਪਾਨ ਲੈ ਕੇ ਜਾਣ ਨੂੰ ਹੁਣ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਉਸ ਨੂੰ ਅਧਿਕਾਰਾਂ ਦੀ ਉਲੰਘਣਾ ਦੱਸਿਆ। ਜੀ, ਇੱਕ ਹੋਰ ਖਬਰ ਜਿਹੜੀ ਉਹ ਮੀਡੀਆ 'ਚ ਬਹੁਤ ਤੇਜ਼ੀ ਨਾਲ ਦੌੜ ਰਹੀ ਹੈ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ। ਉਹਨਾਂ ਦੇ ਘਰ CBI ਜਾ ਧਮਕੀ ਹੈ, ਤੇ ਭਾਜਪਾਈ ਕਹਿੰਦੇ ਨੇ ਵੀ ਕੇਜਰੀਵਾਲ ਵੀ ਹੁਣ ਜੇਲ੍ਹ ਜਾ ਸਕਦੇ ਨੇ, ਤੇ ਕਾਂਗਰਸ ਵਾਲੇ ਕਹਿੰਦੇ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ। ਕੀ ਕਹਿੰਦੀ ਹੈ ਜੀ ਪੂਰੀ ਖਬਰ? ਮਨੀਸ਼ ਸਿਸੋਦੀਆ ਦਾ ਵੈਸੇ ਤੇ ਕਾਫੀ ਉਹਨਾਂ ਦਾ ਇੰਟਰਸਟਿੰਗ ਜਿਹੜਾ ਫੀਲਡ ਆ, ਜੋ ਉਹਨਾਂ ਨੇ ਪਿਛਲੇ ਸਾਲਾਂ 'ਚ ਕੰਮ ਕੀਤੇ ਆ। ਮੈਂ ਥੋੜ੍ਹਾ ਜਿਹਾ ਉਹ ਦੱਸਾਂਗਾ ਪਹਿਲਾਂ, ਤੇ ਫਿਰ ਮੈਂ ਕਹਾਂਗਾ ਕਿ ਛਾਪਾ ਕਿਉਂ ਪਿਆ ਤੇ ਉਹਨਾਂ ਨੂੰ ਕਿਉਂ CBI ਦੀ ਗ੍ਰਿਫਤ ਦੇ ਵਿੱਚ ਲਿਆ ਗਿਆ। ਮਨੀਸ਼ ਸਿਸੋਦੀਆ ਜ਼ਾਹਿਰਾ ਤੌਰ ਤੇ ਉਹ ਕੇਜਰੀਵਾਲ ਦੇ ਸਮਝ ਲਓ ਵੀ ਕੋਈ ਹੁਣ ਉਹ ਕਨਵੀਨਰ ਨੇ, ਕੌਮੀ ਕਨਵੀਨਰ ਨੇ, ਪਰ ਮਨੀਸ਼ ਸਿਸੋਦੀਆ ਦਿੱਲੀ ਦੇ ਵਿੱਚ ਡਿਸੀਜਨ ਮੇਕਿੰਗ ਦੇ ਵਿੱਚ ਉਹਨਾਂ ਕੋਲ ਬਹੁਤ ਵੱਡੀ ਅਥਾਰਟੀ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਮਨੀਸ਼ ਸਿਸੋਦੀਆ ਸਾਬਕਾ ਪੱਤਰਕਾਰ ਨੇ, ਤੇ ਆਪਣੇ ਜਿਹੜੇ ਸਮਾਜਿਕ ਕਾਰਕੁਨ ਨੇ। ਉਹਨਾਂ ਨੇ ਆਪਣੇ ਰਾਜਨੀਤਿਕ ਸਫ਼ਰ ਵੱਲ ਨੂੰ ਆਉਣ ਤੋਂ ਪਹਿਲਾਂ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ, ਜਿਨ੍ਹਾਂ ਵਿੱਚ RTI ਦਾ ਜਿਹੜਾ ਐਕਟ ਹੈ ਉਸ ਦੀ ਸਹੀ ਵਰਤੋਂ ਦੇ ਖਿਲਾਫ ਉਹਨਾਂ ਨੇ, ਸਹੀ ਵਰਤੋਂ ਕਰਨ ਦੇ ਹੱਕ ਦੇ ਵਿੱਚ ਉਹਨਾਂ ਨੇ ਬਹੁਤ ਲੰਮਾ ਸਮਾਂ ਜਦੋਜਹਿਦ ਕੀਤੀ ਹੈ। ਧਰਨੇ ਵੀ ਲਾਏ, NGO ਵੀ ਬਣਾਈਆਂ ਹੋਈਆਂ ਨੇ, ਤੇ ਫਿਰ ਹੌਲੀ ਹੌਲੀ ਉਹ ਅੰਨਾ ਹਜ਼ਾਰੇ ਮੂਵਮੈਂਟ ਦੇ ਵਿੱਚ ਸ਼ਾਮਲ ਹੋ ਕੇ ਜਦੋਂ ਲੋਕਪਾਲ ਲਿਆਉਣ ਦੀ ਗੱਲ ਚੱਲ ਰਹੀ ਸੀ, ਤੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ, ਜਿਸ ਦੇ ਵਿੱਚ ਬਾਬਾ ਰਾਮਦੇਵ, ਕਿਰਨ ਬੇਦੀ, ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਵੀ ਗਏ, ਉਸ ਸਾਰੇ ਇੱਕ ਬਿਲਟਅਪ ਦੇ ਵਿੱਚੋਂ ਜੋ ਉੱਭਰ ਕੇ ਨਾਮ ਸਾਹਮਣੇ ਆਏ, ਜਿਹੜੇ 2-3 ਆਏ, ਕੁਝ ਤੇ ਫੇਡ ਆਊਟ ਹੋ ਗਏ ਨੇ। ਉਹਨਾਂ ਵਿੱਚੋਂ ਜੇ ਕੇਜਰੀਵਾਲ ਤੋਂ ਬਾਅਦ ਨਾਮ ਭਗਵੰਤ ਮਾਨ ਦਾ ਆਉਂਦਾ, ਤੇ ਤੀਸਰਾ ਨਾਮ ਜਾਂ ਦੂਸਰਾ ਨਾਮ ਮਨੀਸ਼ ਸਿਸੋਦੀਆ ਦਾ ਹੀ ਆਉਂਦਾ। ਸਿਸੋਦੀਆ ਨੇ ਇਲੈਕਸ਼ਨ ਵੀ ਜਿੱਤੀ ਹੈ ਤੇ ਕੰਮ ਵੀ ਕੀਤਾ। ਹੁਣ ਕੇਜਰੀਵਾਲ ਕਹਿੰਦੇ ਨੇ ਕਿ CBI ਦੀ ਰੇਡ ਉਸਦੇ ਘਰ ਉਸ ਦਿਨ ਮਾਰੀ ਗਈ ਜਦੋਂ ਨਿਊਯਾਰਕ ਟਾਈਮਜ਼ ਅਖਬਾਰ ਦੇ ਅੰਤਰਰਾਸ਼ਟਰੀ ਇੰਟਰਨੈਸ਼ਨਲ ਐਡੀਸ਼ਨ ਦੇ ਵਿੱਚ ਉਹਨਾਂ ਦੀ ਫੋਟੋ ਲੱਗੀ ਤੇ ਦਿੱਲੀ ਦੇ ਸਕੂਲਾਂ ਦੀ ਤਾਰੀਫ ਕੀਤੀ ਗਈ। ਇਹ ਗੱਲ ਠੀਕ ਹੈ, ਇਹ ਗੱਲ ਅਸੀਂ ਕਹਿ ਸਕਦੇ ਹਾਂ।
ਹੁਣ ਐਕਸਾਈਜ਼ ਮਿਨਿਸਟਰ ਵੀ ਸੀ, ਉਹਨਾਂ ਦਾ 2021-22 ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਜਿਹੜਾ ਕੇਸ ਉਹਨਾਂ ਤੇ ਦਰਜ ਦੱਸਿਆ ਜਾ ਰਿਹਾ ਹੈ ਕਿ 15 ਕੁ ਜਣਿਆਂ ਤੇ FIR ਹੈ, ਜਿਸ ਦੇ ਵਿੱਚ ਮਨੀਸ਼ ਸਿਸੋਦੀਆ ਦਾ ਨਾਮ ਹੈ। ਇਹ ਛਾਪਾ ਇਕੱਲਾ ਉਹਨਾਂ ਦੇ ਘਰ ਨਹੀਂ ਗਿਆ, ਇਹ 20 ਜਾਂ 21 ਜਾਂ 22 ਟਿਕਾਣੇ ਦੱਸੇ ਜਾ ਰਹੇ ਨੇ ਵੱਖ-ਵੱਖ ਸੋਰਸਸ ਤੋਂ ਕਿ ਇੰਨੇ ਟਿਕਾਣਿਆਂ ਤੇ ਛਾਪੇ ਪਏ ਨੇ। ਹੁਣ ਇਸ ਵਿੱਚ ਇੱਕ ਪਾਲਿਸੀ ਉਹਨਾਂ ਨੇ ਓਵਰਹਾਲ ਕੀਤੀ ਸੀ, ਐਕਸਾਈਜ਼ ਪਾਲਿਸੀ। ਐਕਸਾਈਜ਼ ਪਾਲਿਸੀ ਭਾਵ ਸ਼ਰਾਬ ਕਿਵੇਂ ਵੇਚਣੀ ਹੈ, ਕਿੱਥੇ ਵੇਚਣੀ ਹੈ, ਸਾਰੀ ਨੂੰ ਜਿਹੜਾ ਸੀ ਇਹਨਾਂ ਨੇ ਰੀਵੈਂਪ ਕੀਤਾ। ਉਸ ਦੇ ਤਹਿਤ ਇਹ ਦੱਸਿਆ ਗਿਆ ਕਿ ਜੋ ਆਮਦਨ ਉਸ ਤੋਂ ਪ੍ਰੋਸੀਡਿੰਗ ਸਾਲ ਦੇ ਵਿੱਚ 6500 ਕਰੋੜ ਦੇ ਲਗਭਗ ਜਿਹੜੀ ਸਰਕਾਰ ਨੂੰ ਦਿੱਲੀ ਦੀ ਸਰਕਾਰ ਨੂੰ ਆਮਦਨ ਹੁੰਦੀ ਸੀ ਇੱਕ ਸਾਲ ਦੀ, ਉਹ 27% ਵਾਧੇ ਨਾਲ ਤਕਰੀਬਨ 9000 ਕਰੋੜ ਦੇ ਲਾਗੇ ਜਾ ਪਹੁੰਚੀ, ਤਕਰੀਬਨ 9919 ਕਰੋੜ ਦੇ ਲਾਗੇ। ਸੋ ਇੱਕ ਸਬਸਟੈਂਸ਼ੀਅਲ ਗਰੋਥ ਇਹ ਦੱਸੀ ਗਈ ਤੇ ਉਸ ਨੂੰ ਕਾਮਯਾਬੀ ਦੱਸਿਆ ਗਿਆ। ਪਰ ਰੋਲ ਬੈਕ ਵੀ ਕਰਨਾ ਪਿਆ ਸਰਕਾਰਾਂ ਦੇ ਵਿੱਚ ਜਦੋਂ ਕਈ ਵਾਰ ਇਸ ਤਰ੍ਹਾਂ ਗੱਲਾਂ। ਪੰਜਾਬ ਦੀ ਵੀ ਐਕਸਾਈਜ਼ ਪਾਲਿਸੀ ਤੇ ਬਹੁਤ ਸਾਰੇ ਸਵਾਲ ਨੇ, ਮਾਈਨਿੰਗ ਨੀਤੀ ਤੇ ਵੀ। ਚਲੋ ਉਸ ਨੀਤੀ ਨੂੰ ਵਾਪਸ ਲੈਣਾ ਪਿਆ ਕਿਉਂਕਿ ਸਹੀ ਨਹੀਂ ਸੀ ਕੰਮ ਕਰ ਰਹੀ। ਹੁਣ ਫਿਰ ਸਰਕਾਰੀ ਦੁਕਾਨਾਂ ਦੇ ਜ਼ਰੀਏ ਪੁਰਾਣੇ ਤਰੀਕੇ ਨਾਲ ਸ਼ਰਾਬ ਵੇਚੀ ਜਾ ਰਹੀ ਹੈ। ਹੁਣ ਕੇਸ ਅਸਲ ਵਿੱਚ ਇਹ ਜਿਹੜਾ ਜਿਸ ਦੇ ਤਹਿਤ ਉਹਨਾਂ ਨੂੰ ਫਸਾਇਆ ਜਾ ਰਿਹਾ, ਉਸ ਵਿੱਚ ਕਿਉਂਕਿ ਦਿੱਲੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਲੈਫਟੀਨੈਂਟ ਗਵਰਨਰ ਹੁੰਦੇ ਨੇ, ਉਹ ਬੇਸਿਕਲੀ ਪਿਛਲੇ ਸਾਲਾਂ ਜਦੋਂ ਤੋਂ ਕੇਜਰੀਵਾਲ ਸਰਕਾਰ ਬਣੀ ਹੈ, ਭਾਵੇਂ ਦਿੱਲੀ ਫੁੱਲ ਫਲੈਜ ਸਟੇਜ ਵੀ ਨਹੀਂ ਹੈ, ਪਰ ਲੋਕਾਂ ਦੀ ਰਾਏ ਤਾਂ ਹੈ ਨਾ ਉਹਨਾਂ ਦੇ ਕੋਲ, ਲੋਕਾਂ ਦੀਆਂ ਵੋਟਾਂ, ਲੋਕਾਂ ਦੀ ਮਰਜ਼ੀ ਦੀ ਸਰਕਾਰ ਤੇ ਕੇਜਰੀਵਾਲ ਸਰਕਾਰ ਹੀ ਹੈ ਨਾ, ਉਹ ਉਪ ਰਾਜਪਾਲ ਤੇ ਹੋ ਨਹੀਂ ਸਕਦਾ। ਹੁਣ ਗੱਲ ਇਹ ਹੈ ਕਿ ਇਸ ਦੇ ਤਹਿਤ ਉਪ ਰਾਜਪਾਲ ਦੇ ਨਾਲ ਉਹਨਾਂ ਦੀ ਜਿਹੜੀ ਖਹਿਬਾਜ਼ੀ ਹੈ ਚੱਲਦੀ ਰਹਿੰਦੀ ਹੈ। ਇਸ ਤੋਂ ਪਹਿਲਾਂ ਨਜੀਬ ਜੰਗ ਹੋਇਆ ਕਰਦੇ ਸੀ। ਨਜੀਬ ਜੰਗ ਦੇ ਬਾਰੇ ਅਰਵਿੰਦ ਕੇਜਰੀਵਾਲ ਨੇ ਇਹ ਸਪਸ਼ਟ ਪਬਲਿਕਲੀ ਕਹਿ ਦਿੱਤਾ ਹੋਇਆ ਸੀ ਕਿ ਨਜੀਬ ਜੰਗ ਜੀ, ਤੁਸੀਂ ਸਾਡੇ ਨਾਲ ਜਿੰਨੇ ਮਰਜ਼ੀ ਅੱਡੇ ਫਾਈਲ ਲੈ ਲਓ, ਭਾਜਪਾ ਸਰਕਾਰ ਨੇ ਤੁਹਾਨੂੰ ਕਦੀ ਉਪ ਰਾਸ਼ਟਰਪਤੀ ਨਹੀਂ ਬਣਾਉਣਾ। ਇਹ ਕਹਿਣ ਦੇ ਪਿੱਛੇ ਕੀ ਤਰਕ ਸੀ ਉਹਨਾਂ ਦਾ ਸਾਨੂੰ ਪਤਾ ਹੈ, ਉਹ ਡਿਸਕਸ ਨਾ ਕਰੀਏ। ਪਰ ਉਪ ਰਾਜਪਾਲ ਦੇ ਨਾਲ ਖਹਿਬਾਜ਼ੀ ਚੱਲਦੀ ਰਹੀ। ਬਹੁਤ ਵਾਰੀ ਅਜਿਹਾ ਹੋਇਆ ਹੈ ਕਿ ਦਿੱਲੀ ਸਰਕਾਰ ਆਪਣੇ ਅਸੈਂਬਲੀ ਦੇ ਵਿੱਚ ਕੋਈ ਕਾਨੂੰਨ ਪਾਸ ਕਰਦੀ ਹੈ, ਕੋਈ ਸੋਧ ਲਿਆਉਂਦੀ ਹੈ, ਕੋਈ ਬਿੱਲ ਲਿਆਉਂਦੀ ਹੈ, ਤੇ ਰਾਜਪਾਲ ਕੋਲ ਜਦੋਂ ਫਾਈਲ ਜਾਂਦੀ ਉਹ ਚੁੱਕ ਕੇ ਬਾਹਰ ਮਾਰਦੇ ਨੇ। ਕਿਉਂਕਿ ਗੱਲ ਨਹੀਂ ਹੈ, ਪੰਜਾਬ ਵਿੱਚ ਵੀ ਮਾੜਾ ਜਿਹਾ ਇਸ ਗੱਲੋਂ ਹੋਇਆ ਸੀ, ਪਰ ਪੰਜਾਬ ਵਿੱਚ ਸਥਿਤੀ ਹੋ ਰਿਹਾ, ਪੰਜਾਬ ਪੂਰਨ ਸਟੇਟ ਹੈ, ਦਿੱਲੀ ਨਹੀਂ ਹੈ। ਦਿੱਲੀ ਦੇ ਵਿੱਚ ਦਿੱਲੀ ਦੀ ਪੁਲਿਸ ਵੀ ਨਹੀਂ ਹੈ ਉਹਨਾਂ ਦੇ ਕੋਲ। ਹੁਣ ਸਾਰਾ ਬਹੁਤਾ ਕੰਟਰੋਲ ਜਿਹੜਾ ਕੇਂਦਰ ਸਰਕਾਰ ਦੇ ਕੋਲ ਹੁੰਦਾ ਹੈ, ਪਰ ਲੋਕ ਭਲਾਈ ਦੇ ਜਿਹੜੇ ਫੈਸਲੇ ਨੇ ਉਹ ਦਿੱਲੀ ਦੀ ਸਰਕਾਰ ਲੈ ਰਹੀ ਹੈ ਆਪਣੇ ਤੌਰ ਤੇ, ਜਿਸ ਵਿੱਚ ਸਕੂਲ, ਹੈਲਥ, ਸੜਕਾਂ, ਜੋ ਵੀ ਹੈ ਸਾਰਾ ਕੁਝ ਇਸ ਤਰ੍ਹਾਂ ਦਾ ਹੈ। ਹੁਣ ਇਸ ਦੇ ਵਿੱਚ ਇੱਕ ਜਦੋਂ ਫਿਰ ਜਿਹੜੀ ਨੀਤੀ ਬਣਾਈ ਗਈ ਸੀ, ਉਸ ਦੇ ਤਹਿਤ ਇੱਕ ਬੋਲੀ ਕਰਤਾ ਨੂੰ 30 ਕਰੋੜ ਰੁਪਏ ਜਿਹੜੇ ਸੀ ਉਹ ਰਿਫੰਡ ਦਿੱਤੇ ਗਏ। ਜਦੋਂ ਉਹਨੇ ਆਪਣੇ ਇੱਕ ਅਮਾਊਂਟ ਜਮ੍ਹਾਂ ਕਰਾਇਆ ਹੋਇਆ ਸੀ ਕਿ ਬੋਲੀ ਨਹੀਂ ਉਸਦੀ ਪਾਸ ਹੋਈ ਤੇ ਉਹ ਜਾਂ ਹੋ ਗਈ ਸੀ ਜਾਂ ਜਿਵੇਂ ਵੀ ਸੀ, ਉਸਦਾ ਕੇਸ ਇਸ ਤਰ੍ਹਾਂ ਦਾ ਬਣ ਗਿਆ ਕਿ ਉਸਨੂੰ ਰਿਫੰਡ ਕਰਨਾ ਸੀ। ਪਰ ਜਦੋਂ ਇੱਕ ਵਿਦੇਸ਼ੀ ਬੀਅਰ ਜਿਹੜੀ ਸੀ ਉਸ ਦੇ ਮੁੱਦੇ ਤੇ ਲੈ ਕੇ ਕੋਈ ਲੈਵੀ ਲੱਗੀ ਹੋਈ ਸੀ, ਟੈਕਸ ਸੀ ਜਾਂ ਕੋਈ ਸੀ, ਉਸਦੀ ਕੀਮਤ ਵਿੱਚ ਫਰਕ ਪੈ ਗਿਆ, ਉਸ ਹਿਸਾਬ ਨਾਲ ਕੈਲਕੂਲੇਟ ਕਰਕੇ ਉਸਨੂੰ 30 ਕਰੋੜ ਦਿੱਤਾ ਗਿਆ। ਇਸੇ ਤਰ੍ਹਾਂ 144 ਕਰੋੜ ਜਿਹੜਾ ਸੀ ਇੱਕ ਹੋਰ ਜਗ੍ਹਾ ਤੇ ਬੇਵਾਫ ਕਰਨਾ ਪਿਆ। ਸਰਕਾਰ ਇਹ ਕਹਿੰਦੀ ਹੈ ਕਿ ਸਭ ਕੁਝ ਤਕਨੀਕੀ ਤੇ ਸਹੀ ਤਰੀਕੇ ਨਾਲ ਕੀਤਾ ਗਿਆ, ਸਾਨੂੰ ਇਹ ਚੀਜ਼ਾਂ ਕਰਨੀਆਂ ਪੈਣੀਆਂ ਸੀ ਕਿਉਂਕਿ ਇਸ ਵਿੱਚ ਜਦੋਂ ਜੋ ਕਿਸੇ ਨਾਲ ਕੰਟਰੈਕਟ ਹੋਵੇ ਸਾਨੂੰ ਫਿਰ ਭੁਗਾਉਣਾ ਪੈਂਦਾ। ਜਦ ਕਿ CBI ਤੇ ਜਿਹੜੇ ਹੋਰ ਜਿਹੜੇ ਅਦਾਰੇ ਨੇ ਜਾਂ ਉਪ ਰਾਜਪਾਲ ਸਾਹਿਬ ਇਹ ਕਹਿੰਦੇ ਨੇ ਕਿ ਸਭ ਕੁਝ ਗਲਤ ਹੈ, ਇਹ ਗਲਤ ਤਰੀਕੇ ਨਾਲ ਦਿੱਤਾ ਗਿਆ ਤੇ ਮਨੀਸ਼ ਸਿਸੋਦੀਆ ਇਸ ਗੱਲ ਦੇ ਵਿੱਚ ਫਸਣਗੇ। ਮਨੀਸ਼ ਸਿਸੋਦੀਆ ਤੇ ਇਹ ਜਿਹੜਾ ਛਾਪਾ ਹੈ, ਇਸ ਦੇ ਬਾਰੇ ਜਿਵੇਂ ਅਕਸਰ ਹੁੰਦਾ ਹੀ ਹੈ, ਇਹਦੇ ਵਿੱਚ ਕੋਈ ਇਹ ਨਹੀਂ ਹੈ ਕਿ ਕਿਸੇ ਨੇ ਕੋਈ ਅਲੱਗ ਜਿਹਾ ਬਿਆਨ ਦੇ ਦਿੱਤਾ ਹੋਵੇ। ਸਰਕਾਰੀ ਜਿਹਾ ਬਿਆਨ ਨੇ ਸਾਰਿਆਂ ਦੇ। ਭਗਵੰਤ ਮਾਨ ਨੇ ਉਹਨਾਂ ਦੀ ਸਪੋਰਟ ਕੀਤੀ ਹੈ। ਅਰਵਿੰਦ ਕੇਜਰੀਵਾਲ ਕਹਿੰਦੇ ਦੁਨੀਆ ਦੇ ਸਭ ਤੋਂ ਵਧੀਆ ਸਿੱਖਿਆ ਮੰਤਰੀ, ਸਭ ਤੋਂ ਵਧੀਆ ਸਕੂਲ ਸਿੱਖਿਆ ਮਾਡਲ, ਸਾਡਾ ਸਿਹਤ ਮਾਡਲ, ਉਸਦੇ ਆਰਕੀਟੈਕਟ ਜਿਹੜੇ ਨੇ ਉਹ ਮਨੀਸ਼ ਸਿਸੋਦੀਆ ਨੇ, ਤੇ ਉਹਨਾਂ ਤੇ ਇਸ ਤਰ੍ਹਾਂ ਸ਼ਿਕੰਜਾ ਕੱਸਣਾ ਮਾੜੀ ਗੱਲ ਹੈ। ਤੇ ਨਾਲ ਦੀ ਨਾਲ ਇੰਟਰਸਟਿੰਗ ਗੱਲ ਇਹ ਹੈ ਕਿ ਮਨੀਸ਼ ਸਿਸੋਦੀਆ ਇੱਕ ਮਿੰਟ ਵੀ ਅਪਸੈਟ ਇਸ ਤੋਂ ਵੇਖੇ ਨਹੀਂ ਗਏ। ਉਹਨਾਂ ਨੇ ਕਿਹਾ ਕਿ ਬਿਲਕੁਲ ਅਸੀਂ ਪਾਕ ਸਾਫ਼ ਹੈ, ਜਿੰਨੇ ਮਰਜ਼ੀ ਛਾਪੇ ਮਾਰ ਲਓ, ਜੋ ਲੱਭਣਾ ਲੱਭ ਲਓ, ਸਾਡੇ ਕੋਲ ਕੁਝ ਤੁਹਾਨੂੰ ਲੱਭਣ ਵਾਲਾ ਨਹੀਂ ਹੈ, ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਹੋਇਆ। ਪਰ ਜਿਵੇਂ ਮੈਂ ਪੁਆਇੰਟ ਆਊਟ ਥੋੜ੍ਹਾ ਜਿਹਾ ਕਰ ਦੇਵਾਂ, ਕੁਝ ਤਕਨੀਕੀ ਗੱਲਾਂ ਨੇ ਜਿਸ ਕਰਕੇ ਉਹਨਾਂ ਨੂੰ ਇੱਕ ਘੇਰੇ ਦੇ ਵਿੱਚ ਲਿਆਂਦਾ ਜਾ ਰਿਹਾ। ਤਕਨੀਕੀ ਗੱਲਾਂ ਨੇ, ਕੋਈ ਇਹ ਨਹੀਂ ਹੈ ਕਿ ਉਹਨਾਂ ਨੇ ਕਿਤੇ ਜੀ ਉਹ ਜਿੱਦਾਂ ਸਾਡੇ ਇੱਕ ਮੰਤਰੀ ਸਾਹਿਬ ਜਿਨ੍ਹਾਂ ਦਾ ਹਫ਼ਤੇ ਦਾ ਇੱਕ ਜਿਹੜਾ ਕੇਸ ਹੈ ਸਾਹਮਣੇ ਨਿਕਲ ਕੇ ਆਉਂਦਾ ਹੈ ਕਿ ਇਹਦੇ ਵਿੱਚੋਂ ਵੀ ਖਾਧੇ ਹੋਏ ਨੇ, ਉਹਦੇ ਵਿੱਚੋਂ ਵੀ ਖਾਧੇ ਹੋਏ ਨੇ, ਕਿਸੇ ਦਾ ਕੁਛ ਆ ਰਿਹਾ, ਉਹੋ ਜਿਹਾ ਮਾਮਲਾ ਨਹੀਂ ਹੈ। ਤਕਨੀਕੀ ਤੌਰ ਤੇ ਉਹਨਾਂ ਨੇ ਕਿਸੇ ਨੂੰ ਕਿਵੇਂ ਪੈਸੇ ਵਾਪਸ ਕੀਤੇ ਤੇ ਉਸ ਵਿੱਚ ਕੀ ਬੇਨਿਯਮੀਆਂ ਹੋਈਆਂ, ਇਸ ਮਾਮਲੇ ਦੇ ਵਿੱਚ ਉਹਨਾਂ ਦਾ ਕੇਸ ਦੇ ਵਿੱਚ ਨਾਮ ਦਰਜ ਕੀਤਾ ਗਿਆ। ਜੀ, ਮੁੱਦੇ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਅਸੀਂ ਗੱਲਬਾਤ ਕਰਨੀ ਹੈ, ਪਰ ਇਸ ਵੇਲੇ ਵੇਲਾ ਇੱਕ ਛੋਟੇ ਜਿਹੇ ਵਕਫੇ ਦਾ ਹੋ ਚੁੱਕਾ ਹੈ। ਜਲਦ ਹਾਜ਼ਰ ਹੁੰਦੇ ਹਾਂ।
ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਇੱਕ ਹੋਰ ਖਬਰ ਸੀ ਜਿਹੜੀ ਅਖਬਾਰ ਦੇ ਪਹਿਲੇ ਪੰਨੇ ਤੇ ਲੱਗੀ ਸੀ। ਮੁਖਤਾਰ ਅੰਸਾਰੀ ਦੀ ਫੋਟੋ ਲੱਗੀ ਸੀ, ਏਡੀ ਵੱਡੀ ਖਬਰ ਲੱਗੀ ਸੀ। VIP ਟ੍ਰੀਟਮੈਂਟ ਦਾ ਮਾਮਲਾ ਤੇ ਕਾਂਗਰਸੀ ਇਹ ਹੁੱਬ ਕੇ ਸਫਾਈਆਂ ਦੇ ਰਹੇ, ਕਹਿੰਦੇ ਸਾਨੂੰ ਫੜ ਲਓ ਜੇ ਸਾਡਾ ਕਸੂਰ ਹੈ। ਕੌਣ ਹੈ ਜੀ ਇਹ ਮੁਖਤਾਰ ਅੰਸਾਰੀ ਤੇ ਮਾਮਲਾ ਕੀ ਹੈ ਸਾਰਾ? ਮੁਖਤਾਰ ਅੰਸਾਰੀ ਬਹੁਤ ਵੱਡਾ ਭਦਰ ਪੁਰਸ਼ ਹੈ, ਜਿਸ ਤੇ ਜੇ ਯੂਪੀ ਪੁਲਿਸ ਦੀ ਮੰਨ ਲਈਏ ਤੇ 50 ਤੋਂ ਉੱਪਰ ਉਸ ਤੇ ਕੇਸ ਦਰਜ ਨੇ। ਐਕਸਟੋਰਸ਼ਨ ਦਾ, ਮਨੀ ਲਾਂਡਰਿੰਗ ਦਾ, ਅਗਵਾ ਦਾ, ਕਤਲ ਦਾ, ਬੀਜੇਪੀ ਦੇ ਇੱਕ ਵਿਧਾਇਕ ਦੇ ਕਤਲ ਦਾ ਕੇਸ ਵੀ ਉਸ ਉੱਪਰ ਹੈ। ਹੁਣ ਇੰਨਾ ਵੱਡਾ ਇੱਕ ਵਿਅਕਤੀ ਹੋਵੇ, ਉਸ ਨੂੰ ਸ਼ਰੇਆਮ ਸਾਬਕਾ ਗੈਂਗਸਟਰ ਆਖਿਆ ਜਾਂਦਾ, ਫਾਰਮਰ ਗੈਂਗਸਟਰ, ਸਾਬਕਾ ਗੁੰਡਾ। ਯੂਪੀ ਪੁਲਿਸ ਦੇ ਮੁਤਾਬਕ 15 ਜਿਹੜੇ ਕੇਸ ਆ ਉਹ ਟਰਾਇਲ ਸਟੇਜ ਤੇ ਆ, ਜਿਸ ਵਿੱਚ ਉਸ ਦੇ ਸਾਥੀ ਜਿਹੜੇ ਨੇ ਹੁਣ ਤੱਕ ਉਸ ਦੇ ਸਾਬਕਾ ਜਾਂ ਮੌਜੂਦਾ, ਉਹ 100 ਦੇ ਕਰੀਬ ਜਿਹੜੇ ਨੇ ਪੁਲਿਸ ਦੀ ਗ੍ਰਿਫਤ ਵਿੱਚ ਨੇ। 192 ਕਰੋੜ ਦੀ ਇਸੇ ਵਿਅਕਤੀ ਦੀ, ਮੁਖਤਾਰ ਅੰਸਾਰੀ ਦੀ ਪ੍ਰਾਪਰਟੀ ਜਿਹੜੀ ਹੈ ਉਹ ਹੁਣ ਤੱਕ ਜ਼ਬਤ ਕਰਕੇ ਨਸ਼ਟ ਕੀਤੀ ਜਾ ਚੁੱਕੀ ਹੈ ਸਰਕਾਰ ਵੱਲੋਂ। ਮੁਖਤਾਰ ਅਹਿਮਦ ਅੰਸਾਰੀ ਜਿਹੜਾ, ਮੁਖਤਾਰ ਅੰਸਾਰੀ ਇਹ ਸਾਬਕਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਿਹੜੇ ਪ੍ਰੈਜ਼ੀਡੈਂਟ ਸੀ ਉਹਨਾਂ ਦਾ ਪੋਤਾ। ਇਸ ਦੇ ਨਾਲ ਇਸ ਦਾ ਭਰਾ ਜਿਹੜਾ ਹੈ ਗਾਜ਼ੀਪੁਰ ਤੋਂ MP ਸੀ, ਉਹ ਵੀ ਅਫਜ਼ਲ ਅੰਸਾਰੀ ਪੋਲੀਟਿਕਸ ਦੇ ਵਿੱਚ ਹੈ। ਇੱਕ ਹੋਰ ਅੰਸਾਰੀ ਸ਼ਾਇਤੁੱਲਾ ਅੰਸਾਰੀ ਜਿਹੜਾ ਹੈ ਉਹ ਵੀ MLA ਰਹਿ ਚੁੱਕਾ ਹੈ ਤੇ ਵਾਈਸ ਪ੍ਰੈਜ਼ੀਡੈਂਟ ਇੰਡੀਅਨ ਕਾਂਗਰਸ ਦਾ ਰਹਿ ਚੁੱਕਾ ਹੈ ਹਾਮਿਦ ਅੰਸਾਰੀ, ਤਕਰੀਬਨ 10 ਸਾਲ ਪਹਿਲਾਂ। ਇਹ ਸਾਰੇ ਇੱਕੋ ਫੈਮਿਲੀ ਦੇ ਵਿੱਚੋਂ ਨੇ। ਇਸ ਵਿਅਕਤੀ ਤੇ ਕੇਸ ਬਹੁਤ ਨੇ। ਪੰਜਾਬ ਦੇ ਵਿੱਚ ਇੱਕ ਕੇਸ ਦੇ ਤਹਿਤ ਇਹ ਰੋਪੜ ਜੇਲ੍ਹ ਦੇ ਵਿੱਚ ਕੋਈ ਸਮਾਂ ਬੰਦ ਰਿਹਾ। ਉਹ ਜਿਵੇਂ ਸਰਕਾਰਾਂ ਦੀ ਆਪਸੀ ਖਹਿਬਾਜ਼ੀ ਹੁੰਦੀ ਹੈ, ਲੱਗਾ ਇਸ ਤਰ੍ਹਾਂ ਕਿ ਯੋਗੀ ਆਦਿੱਤਿਆਨਾਥ ਦੀ ਸਰਕਾਰ ਜੋ ਇਸ ਵਿਅਕਤੀ ਤੇ ਸ਼ਿਕੰਜਾ ਕੱਸਣਾ ਚਾਹੁੰਦੀ ਸੀ ਅੰਸਾਰੀ ਤੇ, ਉਸ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਉਹਨੂੰ ਰੋਕਣ ਦਾ ਯਤਨ ਕੀਤਾ ਤੇ ਜੇਲ੍ਹ ਦੇ ਵਿੱਚ, ਰੋਪੜ ਜੇਲ੍ਹ ਦੇ ਵਿੱਚ, ਰੂਪਨਗਰ ਜੇਲ੍ਹ ਦੇ ਵਿੱਚ ਹੁੰਦਿਆਂ ਹੋਇਆਂ ਉਸ ਨੂੰ ਉਹ ਫੈਸਿਲਿਟੀਜ਼ ਦਿੱਤੀਆਂ, ਕਰੋੜਾਂ ਰੁਪਏ ਖਰਚ ਦਿੱਤੇ, ਜਿਸ ਦੀ ਡਿਟੇਲ ਪਿੱਛੇ ਜੇ ਆਈ ਸੀ। ਅਜੇ ਜਾਂਚ ਵਗੈਰਾ ਹੋ ਰਹੀ ਹੈ ਉਹਦੀ। ਉਸ ਤਹਿਤ ਮੁਖਤਾਰ ਅੰਸਾਰੀ ਨੂੰ ਬਾਰ-ਬਾਰ ਲਿਜਾਣ ਦੀਆਂ ਕੋਸ਼ਿਸ਼ਾਂ ਨੂੰ ਰੋਕਿਆ ਗਿਆ। ਕੋਸ਼ਿਸ਼ਾਂ ਸਫਲ ਨਹੀਂ ਹੋਈਆਂ। ਅਖੀਰ ਫਿਰ ਕੋਰਟ ਨੇ ਹੁਕਮ ਦਿੱਤਾ ਕਿ 2 ਹਫ਼ਤੇ ਦੇ ਵਿੱਚ ਮੁਖਤਾਰ ਅੰਸਾਰੀ ਨੂੰ ਜਿਹੜਾ ਹੈ ਉਹ ਲਿਆਂਦਾ ਜਾਵੇ, ਯੂਪੀ ਦੇ ਨੂੰ ਸੌਂਪ ਦਿੱਤਾ ਜਾਵੇ। ਪੰਜਾਬ ਵਿੱਚ ਇੰਨਾ ਲੰਬਾ ਸਮਾਂ ਰੱਖਣ ਦਾ ਉਸ ਨੂੰ ਕੋਈ ਕਾਰਨ ਨਹੀਂ ਬਣਦਾ। ਇਹਨੂੰ ਮੈਂ 2 ਪੱਖਾਂ ਤੋਂ ਦੇਖਦਾ, 2 ਐਂਗਲ ਤੋਂ। ਇੱਕ ਤੇ ਇਹ ਕਿ ਸਰਕਾਰ ਕਿਸੇ ਨੂੰ ਜਦੋਂ ਇਸ ਤਰ੍ਹਾਂ ਪ੍ਰੋਟੈਕਟ ਕਰਦੀ ਹੈ, ਬਹੁਜਨ ਸਮਾਜ ਪਾਰਟੀ ਦਾ ਉਹ ਵੈਸੇ ਵਿਧਾਇਕ ਰਿਹਾ ਤੇ ਜੇਲ੍ਹ ਦੇ ਵਿੱਚੋਂ ਹੀ 2-3 ਵਾਰੀ ਜਿੱਤਿਆ, ਇਹ ਵੀ ਨਾਲ ਦੀ ਗੱਲ ਹੈ। ਉਸ ਦਾ ਆਪਣੇ ਇਲਾਕੇ 'ਚ ਆਧਾਰ, ਡਰ, ਭੈ ਬਹੁਤ ਹੈ। ਹੁਣ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਸੁਖਜਿੰਦਰ ਸਿੰਘ ਰੰਧਾਵਾ ਜਾਂ ਪੰਜਾਬ ਦੇ ਹੋਰਨਾਂ ਅਧਿਕਾਰੀਆਂ ਨੂੰ ਜਾਂ ਮੰਤਰੀਆਂ ਨੂੰ ਕੀ ਲੋੜ ਸੀ ਕਿ ਉਸ ਨੂੰ ਇਸ ਤਰ੍ਹਾਂ ਰੱਖਿਆ ਜਾਂਦਾ। ਤੁਸੀਂ ਯਾਦ ਕਰੋ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਤੇ ਸਾਰਾ ਪੰਜਾਬ ਮੰਗ ਕਰ ਰਿਹਾ ਸੀ ਕਿ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲਿਆਓ। ਉਸਨੇ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ, ਮੇਰੀ ਜਾਨ ਨੂੰ ਖਤਰਾ ਹੈ। ਪਤਾ ਨਹੀਂ ਕੀ ਪੋਲੀਟਿਕਸ ਹੈ ਇਸ ਪਿੱਛੇ, ਪਰ ਉਹ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਬਚਿਆ ਜਿੱਥੇ ਉਸ ਦੀ ਪੇਸ਼ੀ ਨਾ ਹੋਈ ਹੋਵੇ। ਮੈਨੂੰ ਲੱਗਦਾ ਸਾਰਿਆਂ ਦੇ ਵਿੱਚ ਹੋਈ ਹੈ ਤੇ ਲੰਬੇ ਰਿਮਾਂਡ ਤੇ ਹੈ ਪੰਜਾਬ ਕੋਲ, ਜਿੰਨੀ ਮਰਜ਼ੀ ਪੁੱਛਗਿੱਛ ਕਰ ਲੈਣ। ਦੂਸਰੇ ਪਾਸੇ ਰਾਮ ਰਹੀਮ ਦਾ ਕੇਸ ਹੈ, ਉਹ ਪੰਜਾਬ ਦੇ ਵਿੱਚ ਆਉਣ ਤੋਂ ਸੁਰੱਖਿਆ ਦਾ ਹਵਾਲਾ ਦੇ ਕੇ ਆਸਾ ਪਾਸਾ ਜਿਹੜਾ ਵਟ ਜਾਂਦਾ ਹੈ ਤੇ ਸਰਕਾਰ ਜਾਂ ਅਦਾਲਤਾਂ ਵੀ ਉਸ ਦੀ ਇਸ ਗੱਲ ਨੂੰ ਮੰਨ ਲੈਂਦੀਆਂ ਨੇ। ਹੁਣ ਇਹ ਜਿਹੜਾ ਵਿਅਕਤੀ ਹੈ, ਜੇ ਅਦਾਲਤ ਨੇ ਇੰਨੀ ਸਖਤ ਵਰਡਿੰਗ ਕਰਕੇ ਪੰਜਾਬ ਕੋਲੋਂ ਲੈ ਕੇ ਯੂਪੀ ਨੂੰ ਦਿੱਤਾ ਹੈ, ਫਿਰ ਪੰਜਾਬ ਨੂੰ ਆਪਣੇ ਗਰੇਵਾਨ 'ਚ ਝਾਤੀ ਤਾਂ ਮਾਰਨੀ ਚਾਹੀਦੀ ਹੈ। ਕੱਲ੍ਹ ਨੂੰ ਕੋਈ ਵੱਡਾ ਕ੍ਰਿਮੀਨਲ ਪੰਜਾਬ ਦਾ ਯੂਪੀ 'ਚ ਜਾ ਕੇ ਲੁਕ ਜਾਵੇ ਤੇ ਯੋਗੀ ਆਦਿੱਤਿਆਨਾਥ ਪੰਜਾਬ ਨੂੰ ਦੇ ਦੇਣਗੇ ਉਹ, ਜਾਂ ਇਸੇ ਤਰ੍ਹਾਂ ਫਿਰ ਲੰਬਾ ਕੋਰਟ ਪ੍ਰੋਸੀਜਰ ਦੇ ਥਰੂ ਉਸ ਨੂੰ ਲਿਆਉਣ ਦਾ ਯਤਨ ਕੀਤਾ ਜਾਵੇਗਾ। ਮੁਖਤਾਰ ਅੰਸਾਰੀ ਨਾਲ ਜਾਂ ਤੁਸੀਂ BJP ਨਾਲ ਜਾਂ ਯੋਗੀ ਆਦਿੱਤਿਆ ਨਾਲ ਤੁਹਾਡੇ ਲੱਖ ਮਤਭੇਦ ਹੋਣ, ਪਰ ਇਹ ਕ੍ਰਿਮੀਨਲਾਂ ਜਾਂ ਇਸ ਤਰ੍ਹਾਂ ਗੁੰਡਿਆਂ ਦਾ ਆਦਾਨ ਪ੍ਰਦਾਨ ਕੀ ਇਸ ਤਰੀਕੇ ਨਾਲ ਹੋਇਆ ਕਰੇਗਾ? ਖੈਰ, ਇਹ ਤਕਨੀਕੀ ਗੱਲ ਹੈ। ਦੂਸਰੀ ਗੱਲ ਇਹ ਹੈ ਕਿ ਜਿਹੜਾ ਪੰਜਾਬ ਨੇ ਉਹਨੂੰ ਇੰਨਾ ਪ੍ਰੋਟੈਕਟ ਕੀਤਾ ਤੇ ਉਸ 'ਤੇ ਖਰਚਾ ਕੀਤਾ ਹੈ, ਉਸ ਦੀ ਕੋਈ ਅਕਾਊਂਟੇਬਿਲਿਟੀ ਤਾਂ ਹੈ ਨਾ, ਕੋਈ ਜ਼ਿੰਮੇਵਾਰ ਤਾਂ ਹੈ ਨਾ। ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਨੇ ਕਿ ਮੈਂ ਇਸ ਮਾਮਲੇ ਦੇ ਵਿੱਚ ਜੇ ਕੋਈ ਹੋਵੇ ਤਾਂ ਮੈਂ ਬਿਲਕੁਲ ਆਪਣੀ ਗੱਲ ਭੁਗਤਣ ਨੂੰ ਤਿਆਰ ਹਾਂ। ਮੈਂ
ਮੇਰੇ ਕੋਲ ਗ੍ਰਹਿ ਵਿਭਾਗ ਸੀ। ਮੈਂ ਕਿਤੇ ਭੱਜਣ ਵਾਲਾ ਨਹੀਂ, ਵਿਦੇਸ਼ ਨਹੀਂ ਜਾਵਾਂਗਾ। ਇਸ਼ਾਰੇ ਉਹਨਾਂ ਨੇ ਕਈਆਂ ਵੱਲ ਕਰ ਦਿੱਤੇ ਨੇ ਇਹ ਕਹਿ ਕੇ ਕਿ ਫਲਾਨਾ ਫਲਾਨਾ ਭੱਜਿਆ ਹੋਇਆ, ਕੋਈ ਕਿਤੇ ਗਿਆ, ਕੋਈ ਕਿਤੇ ਗਿਆ। ਸੋ ਉਹ ਇਸ ਕੇਸ ਦੀ ਜਾਂਚ 'ਚ ਹੋਵੇਗੀ, ਚੱਲੇਗੀ, ਔਰ ਪੰਜਾਬ ਦੇ ਵੱਡੇ ਅਧਿਕਾਰੀ ਨੇ ਜਿਹੜਾ ਸੀ ਉਹ ਇਹ ਉਸ ਦੀ ਜਾਂਚ ਕਰਕੇ ਜਿਹੜਾ ਹੈ ਇਹ ਕਿਹਾ ਹੈ ਕਿ ਵੱਡੇ ਪੱਧਰ ਤੇ ਬੇਨਿਯਮੀਆਂ ਹੋਈਆਂ ਤੇ ਬਹੁਤ ਚੰਗੀ ਤਰ੍ਹਾਂ ਫੈਸਿਲਿਟੇਟ ਕੀਤਾ ਗਿਆ ਉਸਨੂੰ ਜੇਲ੍ਹ ਦੇ ਵਿੱਚ। ਇਸ ਦੀ ਜਾਂਚ ਹੋਵੇਗੀ। ਰਿਜ਼ਲਟ ਅਜੇ ਨਹੀਂ ਹੈ, ਪਰ ਸੁਖਜਿੰਦਰ ਰੰਧਾਵਾ ਜਿਹੜੇ ਨੇ ਜਿਸ ਤਰ੍ਹਾਂ ਕਹਿ ਰਹੇ ਨੇ, ਇਹ ਵੀ ਮੈਂ ਇੱਕ ਚੰਗਾ ਸੰਕੇਤ ਮੈਂ ਇਸ ਨੂੰ ਮੰਨਾਂਗਾ, ਭਾਵੇਂ ਬਾਅਦ ਵਿੱਚ ਪਤਾ ਨਹੀਂ ਕੀ ਨਿਕਲਦਾ, ਪਰ ਇੰਨਾ ਕੁ ਜ਼ਰੂਰ ਕਹਿਣਾ ਬਣਦਾ ਕਿ ਮੈਂ ਕੋਈ ਗਲਤ ਨਹੀਂ ਕੀਤਾ ਭਾਈ, ਮੈਂ ਖਲੋਤਾ ਇੱਥੇ, ਤੁਸੀਂ ਜੋ ਕਰਨਾ ਕਰ ਲਓ, ਮੈਂ ਭੱਜਦਾ ਨਹੀਂ। ਜੀ, ਜਾਂਦੇ ਜਾਂਦੇ ਗੱਲ ਗੁਆਂਢੀ ਮੁਲਕ ਦੀ ਕਰ ਲਈਏ, ਅਫਗਾਨਿਸਤਾਨ ਦੀ ਗੱਲ ਕਰਨਾ ਚਾਹਾਂਗੇ। 1 ਸਾਲ ਪਹਿਲਾਂ ਤਾਲਿਬਾਨ ਨੇ ਤਖਤਾ ਪਲਟਿਆ ਸੀ ਉੱਥੇ, ਤੇ ਜਾਣਨਾ ਮੈਂ ਤੁਹਾਡੇ ਤੋਂ ਇਹ ਚਾਹੂੰਗੀ ਕਿ ਇਸ ਵੇਲੇ ਉੱਥੇ ਹਾਲਾਤ ਕਿੱਦਾਂ ਦੇ ਨੇ, ਖਾਸ ਕਰਕੇ ਔਰਤਾਂ ਦੀ ਸਥਿਤੀ ਕਿੱਦਾਂ ਦੀ ਉੱਥੇ? ਸਬਰੀਨ, ਔਰਤਾਂ ਦੀ ਸਥਿਤੀ ਦੀ ਪਾਰਟਿਕੂਲਰਲੀ ਗੱਲ ਕਰਨੀ ਤੇ ਤੁਸੀਂ ਅੰਦਾਜ਼ਾ ਲਗਾ ਲਿਓ ਕਿ ਅਫਗਾਨਿਸਤਾਨ ਦੇ ਜਦੋਂ 1960s ਔਰ 70s ਦੀਆਂ ਜਦੋਂ ਤੁਸੀਂ ਉੱਥੇ ਜਾਂ ਅਰਲੀ 80s ਦੀਆਂ ਫੋਟੋਆਂ ਤੁਸੀਂ ਵੇਖਦੇ ਹੋ ਜੀ। ਤੇ ਤੁਹਾਨੂੰ ਯਕੀਨ ਨਹੀਂ ਆਉਂਦਾ ਕਿ ਅਫਗਾਨਿਸਤਾਨ ਹੈ। ਇੰਨਾ ਮਾਡਰਨ ਮੁਲਕ, ਡਰਾਈ ਫਰੂਟ ਦਾ ਘਰ, ਔਰ ਬੜੇ ਵਧੀਆ ਸਿਹਤਾਂ ਲੋਕਾਂ ਦੀਆਂ, ਸੋਹਣਾ ਮੌਸਮ, ਤੇ ਇਹ ਵੀ ਕਿ ਯੂਰਪ ਨੂੰ ਜਾਣ ਵਾਲੀਆਂ ਬਹੁਤ ਸਾਰੀਆਂ ਭਾਰਤ ਤੋਂ ਫਲਾਈਟਾਂ ਦਾ ਸਟੇਓਵਰ ਵੀ ਕਈ ਵਾਰ ਕਾਬਲ ਦੇ ਵਿੱਚ ਹੁੰਦਾ ਸੀ। ਫਿਰ ਸਮਾਂ ਪਲਟਿਆ, ਜੋ ਪੋਲਰਾਈਜੇਸ਼ਨ ਦੁਨੀਆ ਦੇ ਵਿੱਚ ਹੋ ਰਹੀ ਸੀ, ਕੋਲਡ ਵਾਰ ਚੱਲ ਰਹੀ ਸੀ, ਉਸ ਦਾ ਕੇਂਦਰ ਬਿੰਦੂ ਅਫਗਾਨਿਸਤਾਨ ਬਣ ਕੇ ਰਹਿ ਗਿਆ। ਜੀ। ਕਿਸ ਨੇ ਕੀ ਕੀਤਾ ਅਫਗਾਨਿਸਤਾਨ ਦੇ ਵਿੱਚ? ਰਸ਼ੀਆ ਦਾ ਕਿਸ ਤਰ੍ਹਾਂ ਦਾ ਰੋਲ ਰਿਹਾ, USA ਦਾ ਕਿਸ ਤਰ੍ਹਾਂ ਦਾ ਰਿਹਾ, ਪਾਕਿਸਤਾਨ ਦਾ ਕਿਹੋ ਜਿਹਾ ਰਿਹਾ, ਜ਼ਿਆਉਲ ਹੱਕ ਕੀ ਕਰਦੇ ਰਹੇ। ਹੁਣ ਜਦੋਂ ਉੱਥੇ ਰਸ਼ੀਆ ਦਾ ਇੰਨਾ ਜ਼ਿਆਦਾ ਜ਼ੋਰ ਸੀ, ਮੈਂ ਸਮ ਅਪ ਕਰਾਂ ਜਲਦੀ, ਰੂਸ ਦਾ ਕਾਬਜ਼ ਸੀ ਉੱਥੇ, ਤਾਂ ਫਿਰ ਰੂਸ ਦੇ ਫਿੱਟ ਕੀਤੇ ਹੋਏ ਹਾਕਮ ਜਿਹੜੇ ਸੀ ਉਹ ਅਫਗਾਨਿਸਤਾਨ ਦੇ ਲੋਕਾਂ ਤੇ ਰਾਜ ਕਰ ਰਹੇ ਸੀ। ਕੰਪੈਰੇਟਿਵਲੀ ਮਾਡਰਨ ਸਟੇਟ ਸੀ, ਪਰ ਹੌਲੀ ਹੌਲੀ ਰੈਡੀਕਲਾਈਜੇਸ਼ਨ ਹੋ ਰਹੀ ਸੀ। ਜਿਹੜੇ ਦੂਸਰੇ ਮੁਲਕ ਸੀ USA ਵਗੈਰੇ, ਜਿਹੜਾ ਉੱਥੇ ਉਹਨਾਂ ਨੂੰ ਉਸ ਬੇਸ ਨੂੰ ਤੋੜਨਾ ਚਾਹੁੰਦੇ ਸੀ, ਪਾਕਿਸਤਾਨ ਨੇ ਉਹਨਾਂ ਦਾ ਸਾਥ ਦਿੱਤਾ ਤੇ ਉਹਨਾਂ ਨੇ ਹੌਲੀ ਹੌਲੀ ਇਸਲਾਮਿਕ ਰੈਡੀਕਲਾਈਜੇਸ਼ਨ ਨੂੰ ਬੇਸ ਬਣਾ ਕੇ ਉਹਨਾਂ ਲੋਕਾਂ ਨੂੰ ਕੱਢਣ ਦੀ ਬਾਤ ਠਾਣ ਲਈ ਜਿਹੜੇ ਉੱਥੇ ਰੂਸ ਦੀ ਸਪੋਰਟ ਨਾਲ ਬੈਠੇ ਹੋਏ ਸੀ। ਆਲਮ ਇਹ ਬਣਿਆ ਕਿ ਜਦੋਂ ਉਹ ਲੋਕ ਕਾਬਜ਼ ਹੋਣਾ ਸ਼ੁਰੂ ਹੋਏ ਜੋ ਕੱਟੜਪੰਥੀ ਸਨ, ਤੇ ਜਿਹੜੇ ਉਹਨਾਂ ਨੇ ਮੌਕੇ ਦੇ ਹਾਕਮਾਂ ਨੂੰ ਧੌਣ ਦੇ ਵਿੱਚ ਰੱਸਾ ਪਾ ਕੇ ਜਿਹੜੇ ਮਹਿਲ ਦੇ ਵਿੱਚ ਉਹ ਰਾਜ ਕਰਦੇ ਸਨ, ਉਸੇ ਮਹਿਲ ਦੇ ਬਾਹਰ ਲਮਕਾ ਦਿੱਤਾ, ਲੋਕਾਂ ਨੂੰ ਦਿਖਾਉਣ ਖਾਤਰ ਕਿ ਆਹ ਹਾਲ ਹੋਵੇਗਾ ਹੁਣ। ਇਸ ਤਰ੍ਹਾਂ ਦੇਖਿਆ, ਸਾਰੀ ਦੁਨੀਆ ਨੇ ਵੇਖਿਆ ਉਹ। ਹੁਣ ਗੱਲ ਇਹ ਹੈ ਕਿ ਤਾਲਿਬ ਦਾ ਅਰਥ ਜਿਹੜਾ ਹੈ ਸਟੂਡੈਂਟ ਹੈ, ਤੇ ਤਾਲਿਬਾਨ ਸਟੂਡੈਂਟਸ ਦੀ, ਵਿਦਿਆਰਥੀਆਂ ਦੀ ਜਮਾਤ ਹੈ, ਪਰ ਉਹਨਾਂ ਨੇ ਇੱਕ ਕੱਟੜਤਾ ਦੀ ਪੜ੍ਹਾਈ ਪੜ੍ਹੀ ਹੋਈ ਸੀ। ਜਦੋਂ ਵਰਲਡ ਟ੍ਰੇਡ ਸੈਂਟਰ ਦੇ ਉੱਪਰ ਹਮਲਾ ਹੁੰਦਾ ਹੈ, ਪੈਂਟਾਗਨ ਦੇ ਉੱਪਰ ਹਮਲਾ ਹੁੰਦਾ ਹੈ, ਇੱਕ ਹੋਰ ਜਹਾਜ਼ ਪਿਟਸਬਰਗ ਦੇ ਲਾਗੇ ਸੁੱਟ ਲਿਆ ਜਾਂਦਾ ਹੈ, ਉਹ ਜਦੋਂ ਵੱਡਾ ਹਮਲਾ ਜਿਹੜਾ ਸੀ 9/11 ਦਾ USA ਤੇ ਹੋਇਆ, ਉਸ ਤੋਂ ਬਾਅਦ ਜੋ ਉਸ ਵੇਲੇ ਦੇ ਰਾਸ਼ਟਰਪਤੀ ਬੁਸ਼ ਸੀ, ਉਹਨਾਂ ਨੇ ਕਿਹਾ ਸੀ ਵੀ ਕੰਡੈਮ ਦਾ ਤਾਲਿਬਾਨ ਰਜੀਮ, ਅਸੀਂ ਤਾਲਿਬਾਨ ਰਾਜ ਨੂੰ ਅਸੀਂ ਉਹਦੀ ਨਿਖੇਧੀ ਕਰਦੇ ਹਾਂ। ਭਾਵ ਸਿੱਧੀ ਲੜਾਈ ਉਹਨਾਂ ਨੇ ਥੋਪੀ ਅਫਗਾਨਿਸਤਾਨ ਤੇ। ਦੁਖੀ ਸਾਨੂੰ ਬਹੁਤ ਕਿ ਸਾਡੇ ਤੇ ਇੰਨਾ ਵੱਡਾ ਹਮਲਾ ਹੋਇਆ। ਉਹ ਬਹੁਤ ਲੰਬਾ ਸਮਾਂ ਚੱਲੀ, ਬਹੁਤ ਜਾਨਾਂ ਨੂੰ ਖਾਮਿਆਜ਼ਾ ਜਿਹੜਾ ਭੁਗਤਣਾ ਪਿਆ ਦੇ ਕੇ। ਹੁਣ ਅੱਜ ਵੀ ਅੰਦਰ ਖਾਤੇ ਕੀ ਚੱਲ ਰਿਹਾ ਤੇ ਅਫਗਾਨਿਸਤਾਨ ਦੀ ਸਥਿਤੀ ਕੀ ਹੈ, ਇਸ ਦੇ ਬਾਰੇ ਕੁਝ ਕੁ ਰਿਪੋਰਟਾਂ ਆਈਆਂ ਨੇ। ਅਫਗਾਨਿਸਤਾਨ ਦੇ ਵਿੱਚ ਫਿਰ ਉਹ ਸਥਿਤੀ ਆਈ ਕਿ ਪਹਿਲਾਂ ਰਸ਼ੀਆ ਦੇ ਕਠਪੁਤਲੀਆਂ ਸਰਕਾਰਾਂ ਸੀ, ਤੇ ਬਾਅਦ ਵਿੱਚ ਥੋੜ੍ਹੀ ਜਿਹੀ ਰਿਫਾਈਨਡ ਤਰੀਕੇ ਨਾਲ ਸੋਧੀ ਹੋਈ ਸਰਕਾਰ ਜਿਹੜੀ ਸੀ ਉਹ USA ਜਾਂ ਉਹਨਾਂ ਦੇ ਅਲਾਈਜ਼ ਨੇ ਬਿਠਾ ਦਿੱਤੀ। ਭਾਰਤ ਵਾਲੇ ਵੀ ਉਹਨਾਂ ਦੇ ਕਾਫੀ ਕਲੋਜ਼ ਲੱਗੇ। ਹੁਣ 1 ਸਾਲ ਹੋ ਗਿਆ 15 ਅਗਸਤ ਨੂੰ ਤਾਲਿਬਾਨ ਦੀ ਸਰਕਾਰ ਬਣਿਆ, ਤੇ ਜੋ ਅਮਰੀਕਾ ਨੇ ਜਾਂ ਹੋਰਨਾਂ ਨੇ ਬਿਠਾਏ ਸੀ ਉਹ ਮੁਲਕ ਛੱਡ ਕੇ ਕਿਤੇ ਦੇ ਕਿਤੇ ਪਹੁੰਚ ਗਏ ਨੇ। ਹੈਲੀਕਾਪਟਰ ਨੋਟਾਂ ਦੇ ਭਰ ਲੈ, ਲੱਦ ਲੈ, ਪਤਾ ਨਹੀਂ ਕੀ ਕੀ ਲੈ ਗਏ, ਨਹੀਂ ਲੈ ਗਏ। ਹੁਣ ਗੱਲ ਇਹ ਆ ਕਿ ਉਹ ਮੰਜ਼ਰ ਸਾਰਿਆਂ ਨੇ ਵੇਖੇ ਜਦੋਂ ਤਾਲਿਬਾਨ ਦੀ ਸਰਕਾਰ ਆਉਣ ਤੇ ਸਭ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਜਹਾਜ਼ਾਂ ਦੇ ਨਾਲ ਲਮਕ ਕੇ ਲੋਕਾਂ ਨੇ ਜਿਹੜੇ ਸੀ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਹੌਲੀ ਹੌਲੀ ਟਿਕ ਟਕਾ ਜਿਹਾ ਹੋ ਗਿਆ। ਤਾਲਿਬਾਨ ਜੋ ਪਹਿਲਾਂ ਵਾਲੇ ਰੂਪ 'ਚ ਨਜ਼ਰ ਆਉਂਦਾ ਸੀ ਉਹ ਥੋੜ੍ਹਾ ਜਿਹਾ ਰਿਫਾਈਨਡ ਨਜ਼ਰ ਆਏ, ਤੇ ਅਮਰੀਕਾ ਜਾਂ ਹੋਰਨਾਂ ਕੰਟਰੀਜ਼ ਦੇ ਨਾਲ ਬੈਠ ਕੇ ਟੇਬਲ ਤੇ ਗੱਲਬਾਤ ਕਰਦੇ ਵੀ ਵੇਖੇ ਗਏ ਨਿਊਟਰਲ ਪਲੇਸਿਸ ਤੇ। ਫਿਰ ਹੌਲੀ ਹੌਲੀ ਫਿਰ ਜੋ ਅੰਦਰਲੀਆਂ ਪਰਤਾਂ ਵੀ ਖੁੱਲ੍ਹਦੀਆਂ ਨੇ। ਭਾਰਤ ਦੇ ਇੱਕ ਪੱਤਰਕਾਰ ਦੀ ਮੌਤ ਹੋ ਜਾਂਦੀ ਹੈ, ਹੋਰ ਲੋਕ ਵੀ ਮਾਰੇ ਜਾਂਦੇ ਨੇ, ਅੱਤਵਾਦੀ ਹਮਲੇ ਵਿੱਚ ਜਾਰੀ ਰਹਿੰਦੇ ਨੇ। ਤਾਲਿਬਾਨ ਤੇ ਇਲਜ਼ਾਮ ਲਾਉਂਦੇ ਨੇ ਜਿਹੜੇ ਜ਼ਿਆਦਾ ਕੱਟੜਪੰਥੀ, ਹਾਲਾਂਕਿ ਤਾਲਿਬਾਨ ਖੁਦ ਕੱਟੜਪੰਥੀ ਜਮਾਤ ਹੈ, ਉਹਨਾਂ ਤੇ ਇਲਜ਼ਾਮ ਹੋਰ ਜਮਾਤਾਂ ਲਾਉਂਦੀਆਂ ਨੇ ਕਿ ਇਹ ਭਾਈ ਇਹ ਹੁਣ ਮਾਡਰਨ ਹੋ ਚੁੱਕੇ ਨੇ, ਇਹ ਹੁਣ ਉਹ ਪਹਿਲਾਂ ਵਾਲੇ ਨਹੀਂ ਰਹੇ,
ਤੇ ਇਸ ਕਰਕੇ ਇਹਨਾਂ ਨੂੰ ਵੀ ਬੰਦੇ ਬਣਾਉਣਾ, ਉਹਨਾਂ ਤੇ ਵੀ ਹਮਲੇ ਹੋਣ ਲੱਗ ਪਏ। ਸੋ ਰੈਡੀਕਲਾਈਜੇਸ਼ਨ ਦੀ ਜਿਹੜੀ ਸਿੱਖਿਆ ਇੰਨੇ ਲੰਬੇ ਸਮੇਂ ਪੜ੍ਹਾਈ ਗਈ, ਉਸ ਦਾ ਅਸਰ ਸਾਹਮਣੇ ਆ ਰਿਹਾ। ਤਾਲਿਬਾਨ ਨਾਲ ਭਾਰਤ ਦੇ ਠੀਕ ਠਾਕ ਜਿਹੇ ਸੰਬੰਧ ਬਣ ਗਏ ਨੇ, ਅਮਰੀਕਾ ਦੇ ਵੀ ਬਣੇ ਨੇ। ਹਾਲਾਂਕਿ ਅਲ ਜਵਾਰੀ ਤੇ ਜਿਸ ਤਰ੍ਹਾਂ ਹਮਲਾ ਕੀਤਾ ਗਿਆ, ਉਸ ਤੋਂ ਤਾਲਿਬਾਨ ਵਾਲੇ ਪਬਲਿਕਲੀ ਥੋੜੇ ਜਿਹੇ ਨੋਖੇ ਨਜ਼ਰ ਆਏ, ਜਾਂ ਉਹਨਾਂ ਨੇ ਇਹ ਗੱਲ ਜ਼ਾਹਿਰ ਕੀਤੀ ਕਿ ਅਸੀਂ ਔਖੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਆ ਕੇ ਕਿਸੇ ਨੇ ਡਰੋਨ ਦੇ ਜ਼ਰੀਏ ਇਸ ਤਰ੍ਹਾਂ ਹਮਲਾ ਕਰਕੇ ਬੰਦਾ ਮਾਰਤਾ। ਇਹ ਨਹੀਂ ਆਖਿਆ ਕਿ ਗਲਤ ਮਾਰਿਆ ਜਾਂ ਸਹੀ ਕੀਤਾ। ਚਲੋ, ਹੁਣ ਉਹ ਗੱਲਾਂ ਠੀਕ ਹੈ, ਪਰ ਤਾਲਿਬਾਨ ਕੀ ਉੱਥੇ ਮਾਈਨੋਰਟੀਜ਼, ਘੱਟ ਗਿਣਤੀਆਂ ਨੂੰ ਪ੍ਰੋਟੈਕਟ ਕਰ ਰਿਹਾ? ਜੇ 1990 ਦੇ ਆਸ-ਪਾਸ ਦੀ ਗੱਲ ਕੀਤੀ ਜਾਵੇ ਤਾਂ ਅਫਗਾਨਿਸਤਾਨ ਦੇ ਮੋٹے-ਮੋٹے ਅੰਕੜੇ ਦੱਸਦੇ ਨੇ ਕਿ 2,20,000 ਦੇ ਆਸ-ਪਾਸ ਸਿੱਖ ਤੇ ਹਿੰਦੂ ਉੱਥੇ ਸਨ। ਜੀ। ਅੱਜ ਗਿਣਤੀ ਉਹਨਾਂ ਦੀ 100-150 ਦੇ ਆਸ-ਪਾਸ ਰਹਿ ਗਈ ਹੈ, ਇਹ ਦੱਸਿਆ ਜਾਂਦਾ। ਕਰਤਾਏ ਪ੍ਰਵਾਨ ਇਲਾਕਾ ਹੈ, ਉਸ ਦੇ ਵਿੱਚ ਗੁਰਦੁਆਰੇ ਤੇ ਹਮਲਾ ਵੀ ਹੋਇਆ। ਉੱਥੇ ਆਲਮ ਇਹ ਹੈ ਕਿ ਜੇ ਸਿੱਖ ਸੰਗਤ ਨੂੰ ਵੇਖਿਆ ਜਾਵੇ ਤੇ ਬਹੁਤ ਘੱਟ ਨਜ਼ਰ ਆਉਂਦੀ ਹੈ। ਉੱਥੇ ਨੂੰ ਜਾਣ ਵਾਲੇ ਰਸਤਿਆਂ ਤੇ ਵੱਡੇ-ਵੱਡੇ ਨਾਕੇ ਲੱਗੇ ਹੋਏ ਨੇ। ਬਹੁਤ ਜ਼ਬਰਦਸਤ ਤਾਲਿਬਾਨ ਸਰਕਾਰ ਨੇ ਸਿਕਿਉਰਿਟੀ ਦਿੱਤੀ ਹੋਈ ਹੈ। ਤਾਲਿਬਾਨ ਨੇ ਮਦਦ ਵੀ ਕੀਤੀ ਹੈ, ਸਰਕਾਰ ਨੇ। ਜੀ। ਤੇ ਨਾਲ ਉੱਥੇ ਬਹੁਤ ਸਾਰੇ ਕੰਮ ਕਰਦੇ ਹੋਏ ਲੋਕ ਵੇਖੇ ਜਾ ਸਕਦੇ ਨੇ, ਜੋ ਪੱਥਰ ਦਾ ਕੰਮ ਕਰ ਰਹੇ ਨੇ, ਹੋਰ ਰਿਪੇਅਰ ਕਰ ਰਹੇ ਨੇ, ਜੋ ਬੰਬ ਨਾਲ, ਗੋਲੀਆਂ ਨਾਲ ਜੋ ਉੱਥੇ ਨੁਕਸਾਨ ਹੋਇਆ ਸੀ। ਇੱਕ ਸਿੱਖ ਦੀ ਮੌਤ ਵੀ ਹੋਈ ਸੀ। ਇਸ ਤਰ੍ਹਾਂ ਵਿਸਾਖੀ ਵਾਲੇ ਦਿਨ ਵੀ ਇੱਕ ਸਿੱਖਾਂ ਤੇ ਹਮਲਾ ਹੋਇਆ ਸੀ, ਜਿਸ ਵਿੱਚ ਕਾਫੀ ਸਿੱਖ ਮਾਰੇ ਗਏ ਸੀ। ਇਸੇ ਤਰ੍ਹਾਂ ਹਿੰਦੂਆਂ ਤੇ ਵੀ ਹਮਲੇ ਹੋਏ। ਪਰ ਦੇਖੋ, ਇਹ ਜਿਹੜੇ ਹੁਣ ਥੋੜੇ ਬਹੁਤ ਬਚ ਗਏ ਲੋਕ ਨੇ, ਕੋਈ ਕਿਸੇ ਗੁਰਦੁਆਰੇ ਵਿੱਚ ਪਨਾਹ ਲੈ ਕੇ ਬੈਠੇ ਹੋਏ ਨੇ, ਕਿਸੇ ਮੰਦਿਰ ਵਿੱਚ ਬੈਠੇ ਹੋਏ ਨੇ, ਉਹ ਦਰਵਾਜ਼ੇ ਬੰਦ ਰੱਖਦੇ ਨੇ, ਬਹੁਤ ਘੱਟ ਨਿਕਲਦੇ ਨੇ। ਤਾਲਿਬਾਨ ਸਰਕਾਰ ਭਾਵੇਂ ਉਹਨਾਂ ਨੂੰ ਪ੍ਰੋਟੈਕਟ ਕਰ ਰਹੀ ਹੈ, ਪਰ ਕੱਟੜਪੰਥੀਆਂ ਤੋਂ ਉਹਨਾਂ ਦਾ ਬਚਾਅ ਬਹੁਤ ਔਖਾ ਹੈ। ਹਰ ਕੋਈ ਇਸੇ ਇੰਤਜ਼ਾਰ ਦੇ ਵਿੱਚ ਹੈ ਕਿ ਸਾਡਾ ਇਸ ਮੁਲਕ ਦੇ ਵਿੱਚੋਂ ਬਾਹਰ ਦਾ ਵੀਜ਼ਾ ਕਿਤੇ ਦਾ ਵੀ ਲੱਗ ਜਾਵੇ, ਸਾਨੂੰ ਉਹ ਮਨਜ਼ੂਰ ਹੈ, ਅਸੀਂ ਇੱਥੇ ਰਹਿਣਾ ਨਹੀਂ ਚਾਹੁੰਦੇ। ਕੁਝ ਲੋਕ ਜਿਹੜੇ ਨੇ ਭਾਵਨਾਵਾਂ ਨੂੰ ਲੈ ਕੇ ਲੱਗੇ ਵੀ ਉੱਥੇ ਬੈਠੇ ਵੀ ਹੋਏ ਨੇ। ਗੁਰਦੁਆਰਾ ਸਾਹਿਬ ਦੇ ਕੁਝ ਜਿਹੜੇ ਨਜ਼ਦੀਕੀ ਲੋਕ ਨੂੰ ਕਿਹਾ ਕਿ ਅਸੀਂ ਤੇ ਭਾਈ ਹੁਣ ਇੱਥੇ ਹੀ ਰਹਿਣਾ, ਪਰਿਵਾਰ ਅਸੀਂ ਇੱਥੋਂ ਭੇਜ ਦਿੱਤਾ ਹੈ, ਪਰ ਅਸੀਂ ਇੱਥੇ ਜਿਹੜਾ ਜੋ ਸਾਨੂੰ ਜ਼ਿੰਮੇਵਾਰੀ ਮਿਲੀ ਹੈ, ਅਸੀਂ ਉਹ ਸੌਂਪ ਕੇ ਜੋ ਉਹਨੂੰ ਨਿਭਾ ਕੇ ਜਾਵਾਂਗੇ। ਪਰ ਸਥਿਤੀ ਬਹੁਤੀ ਵਧੀਆ ਨਹੀਂ ਹੈ ਅਫਗਾਨਿਸਤਾਨ ਦੇ ਵਿੱਚ। ਤਾਲਿਬਾਨ ਓਵਰਆਲ ਓਪਰੇ ਪੱਧਰ ਤੇ ਸਰਕਾਰੀ ਤੌਰ ਤੇ ਭਾਵੇਂ ਮਾਡਰਨ ਹੋਣ ਦਾ ਇੱਕ ਪੱਖ ਉਹਨਾਂ ਨੇ ਦੁਨੀਆ ਸਾਹਮਣੇ ਪੇਸ਼ ਕੀਤਾ ਹੈ, ਪਰ ਅੰਦਰ ਖਾਤੇ ਜੋ ਸਫਾਂ ਦੇ ਵਿੱਚ ਜੋ ਇੱਕ ਇੰਨੀ ਲੰਬੀ ਵਿੱਦਿਆ ਪੜ੍ਹਾਈ ਗਈ ਹੈ, ਇੱਕ ਖਾਸ ਕਿਸਮ ਦੀ, ਉਸ ਦਾ ਅਸਰ ਜਿਹੜਾ ਹੈ ਆਮ ਲੋਕਾਂ ਦੇ ਵਿੱਚ ਹੈ। ਤੇ ਕੌਣ ਕਦੋਂ ਬੰਦੂਕ ਹਥਿਆਰਾਂ ਦੀ ਇੰਨੀ ਬਹੁਤਾਤ ਹੈ, ਹਰ ਕੋਲ ਸਾਲਟ ਰਾਈਫਲਾਂ ਨੇ, ਗ੍ਰਨੇਡ ਲਾਂਚਰ ਨੇ, RPG ਜੋ ਵੀ ਹੈ, ਉਹ ਸਭ ਕੁਝ ਜਿਹੜਾ ਹੈ ਉਹ ਘੱਟ ਗਿਣਤੀਆਂ ਲਈ ਖਤਰਾ ਹੀ ਖਤਰਾ ਹੈ। ਲੋਕ ਛਿਪ ਕੇ ਬਾਹਰ ਜਾਂਦੇ ਨੇ, ਔਰ ਉਹਨਾਂ ਨੂੰ ਭੇਸ ਇਸ ਤਰ੍ਹਾਂ ਦਾ ਰੱਖਣਾ ਪੈਂਦਾ ਕਿ ਨਾ ਪਤਾ ਲੱਗ ਸਕੇ ਕਿ ਕੌਣ ਨੇ। ਸੋ ਅਫਗਾਨਿਸਤਾਨ ਦੇ ਵਿੱਚ ਉਹ ਸਟੇਟ ਜਿਹੜੀ ਹੈ, ਰੈਡੀਕਲ ਸਟੇਟ ਅਜੇ ਬਣੀ ਰਹੇਗੀ, ਪਰ ਵਪਾਰਕ ਸੰਬੰਧ ਉਹਨਾਂ ਦੇ ਕਿਸ ਤਰ੍ਹਾਂ ਦੇ ਰਹਿੰਦੇ ਨੇ ਦੂਸਰਿਆਂ ਨਾਲ, ਜਾਂ ਕੋਈ ਵੱਡੀ ਕਾਰਵਾਈ ਦੁਨੀਆ ਦੇ ਵਿੱਚੋਂ ਕੀ ਹੋਣ ਤੋਂ ਰੋਕ ਸਕਦੇ ਨੇ ਕਿ ਉੱਥੇ ਉਹ ਜਿਹੜੇ ਅੱਤਵਾਦੀ ਕੈਂਪ ਜਾਂ ਟੈਰਰਿਸਟ ਗਰਾਊਂਡ ਤਾਂ ਨਹੀਂ ਹੈ। ਇਹ ਗੱਲਾਂ ਦਾ ਜਵਾਬ ਅਜੇ ਨਹੀਂ ਹੈ, ਪਰ ਮਾਈਨੋਰਟੀਜ਼ ਉੱਥੋਂ ਨਿਕਲਣਾ ਚਾਹੁੰਦੀਆਂ ਨੇ, ਥੋੜ੍ਹੀਆਂ ਬਹੁਤ ਰਹਿ ਗਈਆਂ ਨੇ। ਅਜੇ ਵੀ ਸਿੱਖ ਤੇ ਹਿੰਦੂ ਅਫਗਾਨਿਸਤਾਨ ਤੋਂ ਭਾਰਤ ਨੂੰ ਆ ਰਹੇ ਨੇ, ਉਹਨਾਂ ਨੂੰ ਸਟੇਟਸ ਕਿਵੇਂ ਮਿਲ ਰਹੇ ਨੇ, ਇਹ ਵੀ ਖਬਰਾਂ ਆਈਆਂ ਸੀ ਕਿ ਉਹਨਾਂ ਵਿੱਚੋਂ ਕਈਆਂ ਨੇ, ਪੁਰਾਣੇ ਆਇਆਂ ਨੇ ਕਿਹਾ ਕਿ ਨਹੀਂ ਭਾਈ, ਹੋਰ ਕਿਤੇ ਜਾਓ, ਤੁਸੀਂ ਇੱਥੇ ਨਾ ਆਓ। ਉਹ ਸਾਰੀਆਂ ਗੱਲਾਂ ਵੀ ਹਨ, ਪਰ ਉੱਥੋਂ ਨਿਕਲ ਕੇ ਤਕਰੀਬਨ ਖੁਸ਼ ਜਾਪਦੇ ਨੇ। ਕੋਈ ਮੈਡੀਕਲ ਗਰਾਊਂਡ ਤੇ ਨਿਕਲਦਾ, ਕੋਈ ਕਿਸੇ ਤਰੀਕੇ ਨਾਲ ਨਿਕਲਦਾ, ਪਰ ਕੋਈ ਹਾਲਾਤ ਬਹੁਤੇ ਵਧੀਆ ਨਹੀਂ। ਜੀ ਬਿਲਕੁਲ, ਘੱਟ ਗਿਣਤੀਆਂ ਦੇ ਨਾਲ ਜਿਹੜਾ ਉੱਥੇ ਧੱਕਾ ਹੋ ਰਿਹਾ, ਉਹ ਜਿਹੜਾ ਮੁੱਦਾ ਸੀ ਉਹ ਕ੍ਰਿਕਟਰ ਹਰਭਜਨ ਸਿੰਘ ਨੇ ਸੰਸਦ ਦੇ ਵਿੱਚ ਵੀ ਚੁੱਕਿਆ ਸੀ। ਖੈਰ, ਅਸੀਂ ਇੱਥੇ ਪ੍ਰੋਗਰਾਮ ਨੂੰ ਵਿਰਾਮ ਲਾਉਂਦੇ ਹਾਂ, ਦਰਸ਼ਕਾਂ ਕੋਲ ਲੈਂਦੇ ਹਾਂ ਵਿਦਾ। ਕੁਲਦੀਪ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਦੇ ਨਾਲ ਫਿਰ ਹਾਜ਼ਰੀ ਭਰਾਂਗੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਜੀ ਪੰਜਾਬੀ ਨੈਸ਼ਨਲ TV ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।